ਤੇ ਜੇ ਸਾਡੇ ਤੇ ਤੁਸੀਂ ਉਸ ਗੁਲਾਮੀ ਦਾ ਅਹਿਸਾਸ ਕਰਾਓਗੇ ਸਾਨੂੰ, ਫਿਰ ਅਸੀਂ ਗੁਲਾਮ ਤਾਂ ਨਹੀਂ ਰਹਿ ਸਕਦੇ। ਫਿਰ ਤਾਂ ਅਸੀਂ ਕਹਾਂਗੇ ਵੀ ਆ ਜਾਓ। ਹੁਣ ਸ਼ੰਭੂ ਮੋਰਚਾ ਰਿਆਇਤਾਂ ਖਾਤਰ ਤੇ MSP ਖਾਤਰ ਨਹੀਂ ਲੱਗਿਆ। ਸ਼ੰਭੂ ਮੋਰਚਾ ਹਾਲਾਤ ਨੂੰ ਸਮੁੱਚਤਾ 'ਚ ਸਮਝ ਕੇ ਤੇ ਅੱਗੇ ਕਿਵੇਂ ਵਧਿਆ ਜਾਵੇ ਇਸ ਗੱਲ ਖਾਤਰ ਲਾਇਆ ਗਿਆ। ਮੇਨ ਸਟ੍ਰੀਮ ਪੋਲਿਟਿਕਸ ਜਿਵੇਂ ਆਪਾਂ ਕਹਿੰਦੇ ਆ, ਰਾਜਨੀਤੀ ਚਾਹੁੰਦੇ, ਵੋਟਾਂ ਵਾਲੀ ਰਾਜਨੀਤੀ ਚਾਹੁੰਦੇ, ਆਉਣਾ ਚਾਹੁੰਦੇ ਹੋਣਗੇ, ਤੇ ਕੁਛ ਇਹ ਬੰਦੇ ਵੀ ਹੋਣਗੇ ਜਿਹੜੇ ਕਹਿਣਗੇ ਸਾਨੂੰ ਵੋਟਾਂ ਤੋਂ ਕੋਈ ਮਤਲਬ ਨਹੀਂ। ਜਿਵੇਂ ਮੈਂ ਕਹਿੰਦਾ ਮੈਨੂੰ ਵੋਟਾਂ ਵਾਲੀ ਰਾਜਨੀਤੀ ਤੋਂ ਕੋਈ ਮਤਲਬ ਨਹੀਂ, ਅਸੀਂ ਪਹਿਰੇਦਾਰੀ ਵਾਲੇ ਪਾਸੇ ਖੜੇ ਹੋਵਾਂਗੇ। 10 ਦਿਨਾਂ ਲਈ ਸੁਖਬੀਰ ਬਾਦਲ ਖੁੱਲ੍ਹ ਕੇ ਗਰਾਊਂਡ ਲੈਵਲ ਤੇ ਆ ਕੇ ਬਹਿ ਜਾਵੇ, MLA MP ਨਹੀਂ CM ਬਣਾਵਾਂਗੇ। ਜੇ ਤੁਹਾਡੀ ਗੱਲ ਆ ਤਾਂ ਤੁਹਾਨੂੰ ਸਿੱਧਾ ਕਹਿੰਦੇ ਆ, ਨਹੀਂ ਤੁਹਾਡੀ ਹੈਗੀ ਉਹ ਥਿੰਕਿੰਗ ਮੈਂਟੈਲਿਟੀ ਨਹੀਂ ਹੈਗੀ, ਪਰ ਅਸੀਂ ਫਿਰ ਵੀ ਬਣਾਵਾਂਗੇ। ਜੇ ਸਾਡਾ ਬੰਦਾ ਯਾਰ ਕੰਮ ਕਰ ਰਿਹਾ ਸੜਕ ਤੇ ਬੈਠਾ 1.5 ਮਹੀਨੇ ਦਾ, ਅਸੀਂ ਕਿਉਂ ਨਹੀਂ ਬਣਾ ਸਕਦੇ? ਰਾਜਨੀਤੀ 'ਚ ਆ ਕੇ ਠੱਗੀਆਂ ਚੋਰੀਆਂ ਕਰੂਗਾ, ਆਪਣੀ ਜਾਇਦਾਦ ਜਿੱਦਣ ਉਹਨੂੰ ਰਾਜਨੀਤੀ 'ਚ ਲੈ ਕੇ ਆਉਣਾ ਉਹਦੀ ਪੂਰੀ ਜਾਇਦਾਦ ਦੇ ਵੇਰਵੇ ਲਓ। ਜੇ ਉਹਦੀ ਜਾਇਦਾਦ ਦਾ ਵਾਧਾ ਹੁੰਦਾ ਜਦੇ ਉਹਨੂੰ ਨੰਗਾ ਕਰੋ ਲੋਕਾਂ ਸਾਹਮਣੇ। ਰੋਜ਼ ਆਪਾਂ ਬੈਠ ਕੇ ਐਂ ਗੱਲਾਂ ਬਾਤਾਂ ਕਰਦੇ ਆਂ, ਤੇ ਮੈਂ ਖੜਾ ਹੁਣੇ ਹੀ ਸੋਚ ਰਿਹਾ ਸੀ, ਜਿਹੜੀ ਲਹਿਰ, ਜਿਹੜਾ ਉਭਾਰ ਉੱਠਿਆ, ਦੇਖੋ ਕੱਲਾ ਪੰਜਾਬ 'ਚੋਂ ਉੱਠਿਆ, ਬਾਕੀ ਦੇਸ਼ ਦੇ ਹੋਰ ਹਿੱਸਿਆਂ 'ਚ ਕਿਉਂ ਨਹੀਂ ਉੱਠ ਰਿਹਾ? ਜਿਵੇਂ ਅਸੀਂ ਸੜਕਾਂ 'ਤੇ ਆ, ਮੋਰਚਿਆਂ 'ਚ ਬੈਠੇ ਆ, ਤੇ ਜਿਹੜੇ ਹਿਸਾਬ ਨਾਲ ਅਸੀਂ ਵਿਦਰੋਹ ਕਰ ਰਹੇ ਹਾਂ, ਇਹ ਕਿਸੇ ਹੋਰ ਦੇਸ਼ ਦੇ ਹਿੱਸੇ 'ਚ ਕਿਉਂ ਨਹੀਂ ਇਸ ਲੈਵਲ 'ਤੇ ਹੋ ਰਿਹਾ? ਜਾਂ ਕਿਸਾਨ ਜਥੇਬੰਦੀਆਂ ਨੇ ਜਾ ਕੇ ਮੀਟਿੰਗ ਕੀਤੀ ਬਾਕੀ ਜਥੇਬੰਦੀਆਂ ਨਾਲ, ਉਹਨਾਂ ਨੇ ਜਿਹੜਾ ਰਿਐਕਸ਼ਨ ਸੀ ਉਹਨਾਂ ਦਾ, ਜਾਂ ਜਿਹੜਾ ਰਿਐਕਸ਼ਨ ਆਪਣੀਆਂ ਕਿਸਾਨ ਜਥੇਬੰਦੀਆਂ ਐਕਸਪੈਕਟ ਕਰ ਰਹੀਆਂ ਸੀ, ਉਹ ਨਹੀਂ ਸੀ। ਦੇਖੋ ਇਹਦੇ ਪਿੱਛੇ ਜਿਹੜਾ ਕਾਰਨ ਆ ਨਾ, ਕਾਰਨ ਕੀ ਆ? ਅਸੀਂ ਇਹਨਾਂ ਬਿੱਲਾਂ ਨੂੰ ਕਿੱਥੋਂ ਦੇਖ ਰਹੇ ਹਾਂ ਤੇ ਬਾਕੀ ਕਿਵੇਂ ਦੇਖ ਰਹੇ ਆ? ਕਈ ਵਾਰੀ ਅਸੀਂ ਸਾਂਝੀ ਲੜਾਈ ਲੜ ਰਹੇ ਹੁੰਦੇ ਆ, ਪਰ ਧਿਰਾਂ ਵੱਖਰੀਆਂ ਹੁੰਦੀਆਂ, ਉਹਨਾਂ ਦੇ ਵੱਖਰੇਵੇਂ ਹੁੰਦੇ ਆ। ਇਹ ਗੱਲ ਆਪਾਂ ਸਮਝੀਏ ਵੀ ਲੜਾਈ ਤਾਂ ਸਾਂਝੀ ਆ, ਲੜਾਈ ਤਾਂ ਉਹਨਾਂ ਦੀ ਵੀ ਫਿਰ ਇਹ ਬਿੱਲਾਂ ਦੇ ਖਿਲਾਫ ਹੋਣੀ ਚਾਹੀਦੀ ਆ। ਪਰ ਜਿਵੇਂ ਅਸੀਂ ਲੜ ਰਹੇ ਹਾਂ ਉਵੇਂ ਕਿਉਂ ਨਹੀਂ ਲੜ ਰਹੇ ਉਹ? ਕਿਉਂਕਿ ਸਮਝ 'ਚ ਫਰਕ ਆ। ਗੱਲ ਇੱਥੇ ਆ, ਹਰ ਕਿਸੇ ਦੀ ਸਮਝ ਵੱਖਰੀ ਹੁੰਦੀ ਆ। ਹਾਲਾਤ ਨੂੰ ਸਮਝਣ ਦਾ ਉਹਨਾਂ ਦੀ ਜਿਹੜੀ ਅਬਿਲਿਟੀ ਆ, ਉਹਨਾਂ ਦੀ ਸ਼ਮਤਾ, ਉਹ ਵੱਖਰੀ ਹੋਊਗੀ। ਹਰ ਇਨਸਾਨ ਦੀ ਉਸੇ ਤਰ੍ਹਾਂ ਕੌਮਾਂ ਦੀ, ਜਥੇਬੰਦੀਆਂ ਦੀ ਵੱਖਰੀ ਹੋਊਗੀ, ਚਾਹੇ ਮਕਸਦ ਇੱਕ ਹੋਵੇ, ਪਰ ਉਹਨਾਂ ਦੀ ਸਮਝ ਜਦੋਂ ਵੱਖਰੀ ਹੁੰਦੀ ਆ ਤਾਂ ਵਖਰੇਵਾਂ ਪੈਦਾ ਹੀ ਹੋ ਜਾਂਦੇ ਆ ਉਦੋਂ, ਤੇ ਫਿਰ ਉਹ ਵੱਖਰੀ ਆਪਦੀ ਲੜਾਈ ਲੜਦੇ ਆ ਜਾਂ ਸੰਘਰਸ਼ ਵਿੱਢਦੇ ਆ। ਪੰਜਾਬ ਦਾ ਜਿਹੜਾ ਸੰਘਰਸ਼ ਆ ਉਹ ਬਾਕੀ ਸੂਬਿਆਂ ਨਾਲੋਂ ਵੱਖਰਾ ਕਿਉਂ ਆ? ਕਿਉਂਕਿ ਅਸੀਂ ਇਹਨਾਂ ਬਿੱਲਾਂ ਨੂੰ ਆਪਦੀ ਕੌਮੀਅਤ ਨੂੰ ਮੂਹਰੇ ਰੱਖ ਕੇ ਦੇਖ ਰਹੇ ਹਾਂ, ਆਪਦੇ ਸੱਭਿਆਚਾਰ ਨੂੰ ਮੂਹਰੇ ਰੱਖ ਕੇ ਦੇਖ ਰਹੇ ਹਾਂ। ਔਰ ਜਿਉਂ ਅਸੀਂ ਹਰਿਆਣੇ ਦੀ ਗੱਲ ਕਰੀਏ, ਕਿਸੇ ਹੋਰ ਸਟੇਟ ਦੀ, UP ਦੀ ਗੱਲ ਕਰੀਏ, ਰਾਜਸਥਾਨ ਦੀ ਗੱਲ ਕਰੀਏ, ਸਾਡੇ ਨੇਬਰਿੰਗ ਸਟੇਟਸ ਆ, ਸਾਡੇ ਗਵਾਂਢੀ ਆ, ਇਹ ਉਸ ਕੌਮੀਅਤ ਦੇ ਢੰਗ ਨਾਲ ਨਹੀਂ ਦੇਖ ਰਹੇ, ਕਿਉਂਕਿ ਇਹਨਾਂ ਦੀ ਕੌਮੀਅਤ ਆਪਦੀ ਕੋਈ ਹੈ ਹੀ ਨਹੀਂ। ਇਹਨਾਂ ਦੀ ਤਾਂ ਉਹ ਕੌਮੀਅਤ ਆ ਜਿਹੜੀ ਸੈਂਟਰ ਦੀ ਕੌਮੀਅਤ ਆ, ਜਿਹੜੀ ਦਿੱਲੀ ਦੀ ਕੌਮੀਅਤ ਆ। ਅਸੀਂ ਆਪਦੇ ਸੱਭਿਆਚਾਰ ਨੂੰ, ਆਪਦੇ ਇਤਿਹਾਸ ਨੂੰ, ਆਪਦੇ ਫਲਸਫੇ ਨੂੰ, ਸਾਡੀ ਵਿਲੱਖਣਤਾ ਨੂੰ ਆਪਦੀ ਕੌਮੀਅਤ ਮੰਨਦੇ ਹਾਂ। ਅਸੀਂ ਇਹ ਵੀ ਕਹਿੰਦੇ ਹਾਂ ਵੀ ਅਸੀਂ ਤੁਹਾਡੇ ਤੋਂ ਵੱਖਰੇ ਹਾਂ, ਅਸੀਂ ਸਨਾਤਨ ਧਰਮ 'ਚੋਂ, ਜਾਂ ਅਸੀਂ ਜਿਹੜਾ ਹਿੰਦੂ ਰਾਸ਼ਟਰ ਤੁਸੀਂ ਪੈਦਾ ਕਰ ਰਹੇ ਹੋ ਜਾਂ ਉਹਦੀ ਇੱਕ ਜਿੱਦ ਫੜੀ ਬੈਠੇ ਹੋ, ਇਹਦੇ ਵਿੱਚ ਨਹੀਂ ਆਉਂਦੇ। ਜੇ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋ ਤੇ ਫਿਰ ਅਸੀਂ ਕਿੱਥੇ ਜਾਈਏ? ਸਾਡੇ ਕੋਲੇ ਫਿਰ ਹੱਕ ਆਪਦਾ ਬਣ ਜਾਂਦਾ ਵੀ ਅਸੀਂ ਆਪਦੇ ਰਾਜ ਦੀ, ਆਜ਼ਾਦ ਪੰਜਾਬ ਰਾਜ ਦੀ ਗੱਲ ਕਰੀਏ, ਕਿਉਂਕਿ ਗੱਲ ਇਸ ਕੌਮੀਅਤ ਦਾ ਜਿਹੜਾ ਅਹਿਸਾਸ ਆ ਉਹਨੂੰ ਤੋੜ ਦਿੱਲੀ ਰਹੀ ਆ, ਅਸੀਂ ਨਹੀਂ ਤੋੜ ਰਹੇ। ਔਰ ਸਾਡੇ ਤੋਂ ਪਹਿਲਾਂ ਇਹ ਗੱਲ ਮਹਾਰਾਸ਼ਟਰ ਵਾਲੇ ਕਰਨਗੇ, ਸਾਊਥ ਵਾਲੇ ਕਰਨਗੇ, ਨਾਗਾਲੈਂਡ ਵਾਲੇ ਕਰਨਗੇ। ਮੈਂ ਰੋਜ਼ ਕਹਿਣਾ ਅਸੀਂ ਫੇਰ ਹਜੇ ਸਹਿ ਲਾਂਗੇ, ਅਸੀਂ ਫੇਰ ਹਜੇ ਇਹਨਾਂ ਲਈ ਖੜੇ ਹੋ ਸਕਦੇ ਹਾਂ, ਪਰ ਜੇ ਇਹਨਾਂ ਦੀ ਇਹੀ ਜਿੱਦ ਰਹੀ ਤੇ ਸਾਡੇ ਤੋਂ ਪਹਿਲਾਂ ਬਾਕੀ ਰਾਜ ਇਹ ਗੱਲ ਕਰਨਗੇ। ਹੁਣ ਪੰਜਾਬ, ਆਪਾਂ ਇਹਨਾਂ ਬਿੱਲਾਂ ਤੇ ਆਉਣੇ ਆ। ਜਦੋਂ ਬਿੱਲਾਂ ਨੂੰ ਆਪਾਂ
ਇਹਨੂੰ ਐਨਾਲਾਈਜ਼ ਕਰਦੇ ਹਾਂ, ਇਹਦਾ ਵਿਸ਼ਲੇਸ਼ਣ ਕਰਦੇ ਹਾਂ। ਇਹਦਾ ਦੋ ਭਾਗਾਂ 'ਚ ਵਿਸ਼ਲੇਸ਼ਣ ਪੰਜਾਬ ਕਰ ਰਿਹਾ ਇਸ ਟਾਈਮ। ਇੱਕ ਭਾਗ ਆ ਆਰਥਿਕ, ਜਿਹੜਾ ਸਾਰਾ ਦੇਸ਼ ਵੀ ਕਰ ਰਿਹਾ। ਆਰਥਿਕ ਜੇ ਹਮਲਾ ਹੋਵੇ ਨਾ, ਐਡਾ ਵੱਡਾ ਉਭਾਰ ਨਹੀਂ ਆਉਂਦਾ ਹੁੰਦਾ ਜਿੱਡਾ ਪੰਜਾਬ 'ਚ ਆਇਆ। ਆਰਥਿਕ ਗੱਲਾਂ ਬਥੇਰੀ ਲੁੱਟ ਖਸੁੱਟ ਹੋਈ ਆ ਸਾਡੀ। ਕਿਹੜੇ ਪੋਲੀਟੀਸ਼ੀਅਨ ਨੇ ਸਾਨੂੰ ਨਹੀਂ ਲੁੱਟਿਆ? ਤੁਸੀਂ ਦੇਖ ਲਓ, ਮਾੜਾ ਮੋਟਾ ਜਿਹੜਾ ਇੱਕ ਆਉਂਦਾ ਜਿਹਦੇ ਕੋਲੇ ਆ ਜਾਂਦਾ, ਉਹਦੇ ਸਭ ਕੁਝ, ਉਹਦੀਆਂ ਬੱਸਾਂ ਵੀ ਚੱਲਣ ਲੱਗ ਜਾਂਦੀਆਂ, ਉਹਦਾ ਕੋਈ ਹੋਟਲ ਵੀ ਹੋਊਗਾ, ਉਹਦੇ ਕੋਲੇ ਹੋਰ ਵੀ 10 ਤਰ੍ਹਾਂ ਦੇ ਬਿਜ਼ਨਸ ਹੋਣਗੇ। ਅਤੇ ਉਹ ਆਉਂਦੇ ਹੀ ਜਿਹੜੇ ਪੰਜਾਬ ਦੇ ਪੋਲੀਟੀਸ਼ੀਅਨ ਆ, ਪਾਵਰ ਇੰਜੋਏ ਕਰਨ ਆਉਂਦੇ ਆ। ਔਰ ਪਾਵਰ ਦੇ ਨਾਲ ਨਾਲ ਪਾਵਰ ਅਤੇ ਪੈਸੇ ਦਾ ਆਪਸ 'ਚ ਬਹੁਤ ਵੱਡਾ ਸੰਬੰਧ ਆ। ਜਦੋਂ ਪਾਵਰ ਹੋਊਗੀ ਉਹਦੇ ਕੋਲੇ ਪੈਸਾ ਵੀ ਹੋਊਗਾ, ਜਿਹਦੇ ਕੋਲੇ ਪੈਸਾ ਹੋਊਗਾ ਉਹਦੇ ਕੋਲੇ ਪਾਵਰ ਹੋਊਗੀ। ਇਹ ਇਸ ਪਦਾਰਥਵਾਦ ਦੇ ਯੁੱਗ ਦਾ ਇੱਕ ਰਿਸ਼ਤਾ ਜਿਹਦੇ ਤੋਂ ਮੁਨਕਰ ਨਹੀਂ ਹੋ ਸਕਦਾ। ਅਤੇ ਨਾਲ ਹੀ ਗਿਆਨ, ਜਿਵੇਂ ਉਹ ਕਹਾਵਤਾਂ ਨਾ ਵੀ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਪਾਵਰ, ਪੈਸਾ ਅਤੇ ਗਿਆਨ, ਇਹਦਾ ਕੇਂਦਰੀਕਰਨ ਕਰਤਾ ਇੱਕ ਅੱਜ ਦੇ ਯੁੱਗ ਨੇ। ਤਿੰਨੇ ਇੱਕੋ ਜਗ੍ਹਾ ਵੀ ਇਹ ਜਿਹਦੇ ਘਰੇ ਦਾਣੇ ਨਹੀਂ ਆ ਉਹ ਸਿਆਣੇ ਨਹੀਂ ਆ। ਹਾਲਾਂਕਿ ਇਹ ਗੱਲ ਸਾਡੇ ਜੇ ਅਸੀਂ ਪੰਜਾਬ ਦੀ ਰਵਾਇਤ ਦੇਖੀਏ ਤਾਂ ਇਹ ਗੱਲਾਂ ਇਹ ਨਹੀਂ ਸੀ। ਪਰ ਪਦਾਰਥਵਾਦ ਜਦੋਂ ਤੋਂ ਆਇਆ ਉਦੋਂ ਤੋਂ ਇਹ ਗੱਲ ਪ੍ਰਚਲਿਤ ਹੋ ਗਈ ਅਤੇ ਇਹ ਧਾਰਨਾ ਬਣ ਗਈ, ਅਤੇ ਅਸੀਂ ਉਹਦਾ ਆਤਮੀਕਰਨ ਵੀ ਕਰ ਲਿਆ ਵੀ ਗੱਲ ਪੱਕੀ ਆ ਯਾਰ, ਜੇ ਪੈਸਾ ਤਾਂ ਹੀ ਅਸੀਂ ਸਿਆਣੇ ਆ, ਅਤੇ ਜੇ ਪੈਸਾ ਤਾਂ ਹੀ ਸਾਡੇ ਕੋਲੇ ਪਾਵਰ ਆ, ਸਾਡੀ ਚੱਲਦੀ ਹੋਊਗੀ ਕਿਤੇ ਨਾ ਕਿਤੇ ਗੱਲਬਾਤ ਸਾਡੀ ਮੰਤਰੀਆਂ 'ਚ, MLA'ਆਂ 'ਚ। ਸੋ ਵਾਪਸ ਉਸੇ ਟੌਪਿਕ 'ਤੇ ਆਉਣੇ ਆ। ਜੇ ਆਰਥਿਕ ਗੱਲ ਹੁੰਦੀ ਬਿੱਲਾਂ ਨੂੰ ਲੈ ਕੇ ਤਾਂ ਐਡਾ ਵੱਡਾ ਉਭਾਰ ਪੰਜਾਬ 'ਚ ਨਹੀਂ ਆਉਣਾ ਸੀ। ਆਰਥਿਕ ਗੱਲਾਂ ਅਸੀਂ ਲੁੱਟ ਖਸੁੱਟ ਬਥੇਰੀ ਸਹੀ ਆ, ਹੋ ਸਕਦਾ ਅੱਗੇ ਵੀ ਸਹਿ ਲਈਏ, ਪਰ ਕੱਲੀ ਆਰਥਿਕ ਗੱਲ ਨਹੀਂ ਆ। ਜਦੋਂ ਸਾਨੂੰ ਇਹਨਾਂ ਕੰਪਨੀਆਂ ਨੇ ਆ ਕੇ ਸਾਡੀਆਂ ਜ਼ਮੀਨਾਂ ਤੋਂ ਲਾਂਭੇ ਕਰਤਾ, ਪਾਸੇ ਕਰਤਾ, ਸਾਨੂੰ ਪੰਜਾਬ ਤੋਂ ਜਿੱਡਾ ਵੱਡਾ ਪ੍ਰਵਾਸ ਹੋਇਆ, ਇਹਨੇ ਹੋਰ ਵਧਣਾ ਹਜੇ। ਤੁਸੀਂ ਦੇਖ ਲਓ ਜਿਹੜੇ ਯੰਗ ਆਪਣੇ ਇੱਥੋਂ ਦੇ ਨੌਜਵਾਨ ਵਰਗ ਆ, ਅੱਜ ਹਰ ਕੋਈ ਕਹਿੰਦਾ ਵੀ ਮੈਂ ਬਾਹਰ ਜਾਵਣਾ ਯਾਰ। ਉੱਥੇ ਕੀ ਆ ਉਹਨਾਂ ਨੂੰ ਨਹੀਂ ਪਤਾ, ਕਿਹੋ ਜਿਹੀ ਜ਼ਿੰਦਗੀ ਜਿਉਣਗੇ ਇਹ ਵੀ ਨਹੀਂ ਪਤਾ, ਪਰ ਮੈਂ ਇੱਥੋਂ ਨਿਕਲ ਜਾ, ਇੱਥੇ ਕੁਛ ਨਹੀਂ ਆ। ਹੁਣ ਇਹ ਆਮ ਤੌਰ 'ਤੇ ਇੱਕ ਇਮੋਸ਼ਨ ਬਿਲਡ ਕਰਤਾ, ਔਰ ਉਸ ਧਰਤੀ ਤੋਂ ਟੁੱਟਣਾ ਚਾਹੁੰਦੇ ਆ ਜਿਹੜੀ ਗੁਰੂਆਂ ਨੇ ਵਸਾਈ ਆ। ਉਸ ਸੱਭਿਆਚਾਰ ਤੋਂ ਟੁੱਟਣਾ ਚਾਹੁੰਦੇ ਆ ਜਿਹੜਾ ਸਿੱਖ ਫਲਸਫੇ ਨੇ ਘੜਿਆ ਹੋਇਆ, ਜਿਹੜਾ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਵਾਲੇ ਫਲਸਫੇ ਨੇ ਘੜਿਆ ਹੋਇਆ। ਸੋਚੋ ਵੀ ਇਹ ਪੰਜਾਬ ਦੇ ਸਮਾਜ ਨੇ ਪੈਦਾ ਕੀਤਾ? ਨਹੀਂ, ਇਹ ਦਿੱਲੀ ਸਰਕਾਰ ਨੇ ਪੈਦਾ ਕੀਤਾ, ਇਹ ਸੈਂਟਰ ਨੇ ਪੈਦਾ ਕੀਤੀ ਆ, ਇਹ ਅਹਿਸਾਸ ਸੈਂਟਰ ਨੇ ਪੈਦਾ ਕੀਤਾ। ਜਦੋਂ ਅਸੀਂ ਆਪਦੇ ਹੱਕਾਂ ਦੀ, ਜਦੋਂ ਅਸੀਂ ਆਪਦੇ ਫੈਸਲੇ ਆਪ ਲੈਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਕਦੇ ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ, ਜਦੋਂ ਇਹ ਕਹਿੰਦੇ ਹਾਂ ਵੀ ਸਾਡੇ ਕੋਲੇ ਸਾਡੇ ਕਿਸਾਨੀ ਦੇ ਮਸਲੇ, ਸਾਡੀ ਸਿੱਖਿਆ ਦੇ ਮਸਲੇ, ਸਾਡੇ ਇਨਵਾਇਰਮੈਂਟ ਵਾਤਾਵਰਨ ਦੇ ਮਸਲੇ ਹੋਣ, ਸਾਡੇ ਪ੍ਰਵਾਸ ਦਾ ਮਸਲਾ ਹੋਵੇ, ਇਹਦੇ 'ਤੇ ਨੀਤੀਆਂ ਅਸੀਂ ਆਪ ਘੜੀਏ, ਜਿਹੜਾ ਬੰਦਾ ਆਵਾਜ਼ ਚੱਕਦਾ ਉਦੋਂ ਹੀ ਦੱਬ ਲੈਂਦੇ ਆ। ਅਸੀਂ ਆਮ ਤੌਰ 'ਤੇ ਪਿੰਡਾਂ 'ਚ ਦੇਖਿਆ, ਡਰ ਐਡਾ ਵੱਡਾ ਸਾਡੇ ਮਨਾਂ ਅੰਦਰ ਇਹਨਾਂ ਨੇ ਪੈਦਾ ਕਰਤਾ, ਸਾਡੀ ਮਾਨਸਿਕਤਾ ਨੂੰ ਹੀ ਫੜ ਲਿਆ ਵੀ ਯਾਰ ਬੋਲੀ ਨਾ, ਐਵੇਂ ਪੰਗਾ ਪੈ ਜਾਊ, ਲੈ ਜਾਣਗੇ ਚੱਕ ਕੇ ਅਗਲੇ। ਸੋ ਅੱਛਾ, ਬੋਲਣ ਤੋਂ ਹੀ ਡਰਾਈ ਜਾਂਦੇ ਆ, ਬੋਲ ਹੀ ਨਹੀਂ ਸਕਦੇ। ਐਡੀ ਵੱਡੀ ਤਰਾਸਦੀ ਕਿਸੇ ਸਮਾਜ 'ਚ ਹੋ ਸਕਦੀ ਆ? ਅੱਜ ਅਸੀਂ ਬੋਲ ਹੀ, ਅੱਛਾ ਜਿਹੜਾ ਬੋਲਦਾ ਉਹਦੇ ਪਿੱਛੇ ਉਧਰ ਨੂੰ ਉਲਰ ਜਾਂਦੇ ਆ ਬੰਦੇ। ਅੱਜ ਮਾੜਾ ਮੋਟਾ ਮੈਂ ਜੇ ਬੋਲਦਾ ਮੇਰੇ ਵੱਲ ਨੂੰ ਹੋ ਜਾਂਦੇ ਆ ਵੀ ਯਾਰ ਆਹ ਬੰਦਾ ਸਾਡਾ ਆਗੂ ਆ, ਦੱਸੋ। ਹਾਲਾਂਕਿ ਸਾਡੇ ਕੋਲੇ ਜਿਹੜਾ ਫਲਸਫਾ ਜਾਂ ਜਿਹੜੇ ਸਿਧਾਂਤ ਦੀ ਅਸੀਂ ਗੱਲ ਕਰ ਰਹੇ ਹਾਂ, ਕਿੰਨੇ ਸਾਡੇ ਆਗੂ ਹੋਣੇ ਚਾਹੀਦੇ ਸੀ। ਹਰ ਬੰਦੇ 'ਚ ਸੋਵਰਨਿਟੀ ਪਈ ਆ, ਹਰ ਬੰਦੇ 'ਚ ਉਹ ਆਜ਼ਾਦੀ ਦਾ ਜਜ਼ਬਾ ਪਿਆ। ਅਸੀਂ ਸਟੇਟਹੁੱਡ ਇੰਜੋਏ ਕੀਤਾ ਹੋਇਆ। ਸਟੇਟਹੁੱਡ ਕੀ ਆ? ਅਸੀਂ ਆਪਦਾ ਰਾਜ ਮੰਨਿਆ ਹੋਇਆ, ਔਰ ਉਹ ਰਾਜ ਮੰਨਣ ਦਾ ਜਿਹੜਾ ਬੀ ਸੀ ਉਹ 10ਵੇਂ ਪਾਤਸ਼ਾਹ ਨੇ ਪਾਤਸ਼ਾਹੀ ਦਾਵਾ ਜਦੋਂ ਰੱਖਿਆ ਸੀ, ਹਮ ਰਾਖਤ ਪਾਤਸ਼ਾਹੀ ਦਾਵਾ, ਉਦੋਂ ਸਾਡੇ ਅੰਦਰ ਲਾਤਾ ਸੀ ਉਹਨਾਂ ਨੇ। ਉਹ ਰਾਜ ਉਹੀ ਦੇ ਗਏ ਸੀ। ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ, ਇਹ ਯਾਦ ਕਰੇ ਮੇਰੀ ਗੁਰਿਆਈ। ਸੋ ਹੁਣ ਜਦੋਂ ਆਪਾਂ ਸੱਭਿਆਚਾਰ ਤੇ ਸਾਡੇ ਤੇ ਹਮਲਾ ਹੁੰਦਾ ਨਾ,
ਆਰਥਿਕ ਅਸੀਂ ਸਹਿ ਲਾਂਗੇ। ਸੱਭਿਆਚਾਰ 'ਚ ਸਾਡਾ ਫਲਸਫਾ, ਸਾਡਾ ਇਤਿਹਾਸ, ਸਾਡੀ ਮਾਂ ਬੋਲੀ, ਸਾਡੇ ਪਾਣੀ, ਸਾਡੀ ਜ਼ਮੀਨ ਧਰਤੀ, ਸਾਡੀ ਸਿਆਸਤ, ਸਭ ਕੁਛ ਇਹ ਜਾਂਦਾ ਸਾਡੇ ਤੋਂ ਨਹੀਂ ਸਿਹਾ ਜਾਂਦਾ, ਕਿਉਂਕਿ ਇਹਦੇ 'ਚ ਉਹ ਛਿਣਗ ਜਿਹੜੀ ਗੁਰੂਆਂ ਨੇ ਲਾਈ ਹੋਈ ਆ ਇਹਦੇ ਇੱਥੇ ਹੀ ਪਈ ਆ। ਇਹ ਸਾਡੇ ਤੋਂ ਸਿਹਾ ਨਹੀਂ ਜਾਂਦਾ। ਜਦੋਂ ਫਿਰ ਅਸੀਂ ਸੰਘਰਸ਼ ਵਿੱਢਦੇ ਹਾਂ, ਜਿਹੜਾ ਆਪਾਂ ਵਿੱਢੀ ਬੈਠੇ ਹਾਂ ਹੁਣ, ਫਿਰ ਇਹਦੇ 'ਚ ਸੰਘਰਸ਼ ਦੇ ਵਹਿਣ ਆ ਜਿਹੜੇ, ਉਹ ਹਥਿਆਰਬੰਦ ਸੰਘਰਸ਼ ਵੀ ਵਿੱਢਿਆ ਗਿਆ। ਪਹਿਲਾਂ ਖਾੜਕੂ ਸਿੰਘਾਂ ਨੇ ਲੜਿਆ, ਤੇ ਅੱਜ ਆਪਾਂ ਇਕੱਠੇ ਹੋ ਕੇ ਇੱਕ ਸ਼ਾਂਤਮਈ ਸੰਘਰਸ਼ ਵਿੱਢੀ ਬੈਠੇ ਹਾਂ। ਇਹ ਵਹਿਣ ਆ। ਸੰਘਰਸ਼ ਦੇ ਵੱਖਰੇ ਵੱਖਰੇ ਲੜਨ ਦੇ ਢੰਗ ਆ, ਹਰ ਢੰਗ ਆਪਦੀ ਜਗ੍ਹਾ ਜਮਾਂ ਸਹੀ ਆ। ਸੋ ਅਸੀਂ ਸੰਘਰਸ਼ ਵਿੱਢ ਲਿਆ, ਹੁਣ ਸਾਡੇ ਤੇ ਜ਼ਬਰ ਜ਼ੁਲਮ ਕਰਨਗੇ ਉਹ। ਔਰ ਜ਼ਬਰ ਜ਼ੁਲਮ ਕੱਲਾ ਸਾਡੇ ਤੇ ਡਾਂਗਾਂ ਭਰਾ ਕੇ, ਸਾਡੇ ਤੇ ਗੋਲੀਆਂ ਚਲਾ ਕੇ ਨਹੀਂ ਹੁੰਦਾ। ਤੁਹਾਨੂੰ ਡੀਹਿਊਮਨਾਈਜ਼ ਕਰ ਦਿੰਦੇ ਆ। ਕਿਵੇਂ ਕਰਦੇ ਆ? ਤੁਹਾਨੂੰ ਉਲਝਾ ਕੇ, ਆਪਸ 'ਚ ਲੜਾ ਕੇ, ਤੁਹਾਨੂੰ ਬਦਨਾਮ ਕਰਕੇ, ਤੁਹਾਨੂੰ ਤੁਹਾਡੀ ਮਾਨਸਿਕਤਾ ਨੂੰ ਫੜ ਕੇ ਕਿਸੇ ਹੋਰ ਪਾਸੇ ਨੂੰ ਲਾ ਕੇ ਡੀਹਿਊਮਨਾਈਜ਼ ਕਰ ਦਿੰਦੇ ਆ। ਕਿਉਂਕਿ ਜੇ ਤੁਸੀਂ ਇਨਸਾਨ ਹੋ, ਅਸਲ 'ਚ ਇਨਸਾਨ ਹੋ, ਜਿਹਦੀ ਜਾਗਦੀ ਜ਼ਮੀਰ ਆ, ਉਹਨੇ ਫਿਰ ਜ਼ਬਰ ਜ਼ੁਲਮ ਨਹੀਂ ਸਹਿਣਾ। ਉਸ ਬੰਦੇ ਨੇ ਆਪਦੀ ਆਵਾਜ਼ ਬੁਲੰਦ ਕਰਨੀ ਆ, ਉਹਨੇ ਵਿਰੋਧ ਕਰਨਾ ਹੀ ਕਰਨਾ। ਔਰ ਪੰਜਾਬੀਆਂ 'ਚ, ਸਾਡੇ 'ਚ ਤਾਂ ਖਾਸ ਕਰਕੇ। ਪਰ ਜਦੋਂ ਤੁਹਾਡੇ ਤੇ ਉਹਨਾਂ ਨੇ ਜ਼ਬਰ ਤੇ ਜ਼ੁਲਮ ਕਰਨਾ, ਕੱਲਾ ਫਿਜ਼ੀਕਲ ਨਹੀਂ ਕਰਨਾ, ਮਾਨਸਿਕ ਵੀ ਕਰਨਾ। ਉਹ ਮਾਨਸਿਕ ਜਿਹੜਾ ਕੰਮ ਆ ਉਹ ਵੀ ਬਹੁਤ ਵੱਡਾ ਜ਼ੁਲਮ ਆ। ਤੁਹਾਨੂੰ ਡੀਹਿਊਮਨਾਈਜ਼ ਕਰਤਾ, ਤੁਹਾਨੂੰ ਉਸ ਪਾਸੇ ਤੋਂ ਭਟਕਾਤਾ, ਕਿਸੇ ਹੋਰ ਪਾਸੇ ਲੈ ਗਏ। ਹੁਣ ਜਿਹੜਾ ਕੱਲ ਆਪਣੇ ਨਾਲ ਪਰਸੋਂ ਹੋਇਆ, ਖਾਲਿਸਤਾਨ ਦਾ ਨਾਅਰਾ ਲੱਗਿਆ, ਆਪਾਂ ਕੋਈ ਨਾਅਰੇ ਦੇ ਉਲਟ ਥੋੜ੍ਹੀ ਆ, ਪਰ ਸਾਨੂੰ ਪਾਸੇ ਕਿਹੜੇ ਨੂੰ ਲੈ ਗਏ? ਸਾਨੂੰ ਡੀਹਿਊਮਨਾਈਜ਼ ਕਰਤਾ। ਇਹ ਜ਼ਬਰ ਤੇ ਜ਼ੁਲਮ ਦੀ ਇੱਕ ਹੋਰ ਢੰਗ ਆ, ਅਸੀਂ ਸਮਝ ਹੀ ਨਹੀਂ ਸਕਦੇ ਕਦੇ। ਆ ਜਿਹੜੇ ਸਾਡੇ ਹੱਥਾਂ 'ਚ ਫੋਨ ਫੜਾਏ ਹੋਏ ਆ, ਇਹ ਸਾਨੂੰ ਡੀਹਿਊਮਨਾਈਜ਼ ਕਰਨ ਵਾਸਤੇ ਹੀ ਫੜਾਏ ਹੋਏ ਆ। ਸੋ ਸਰਕਾਰਾਂ ਦੀਆਂ ਨੀਤੀਆਂ ਕੱਲੇ ਪ੍ਰਗਟ ਰੂਪ 'ਚ ਸਾਡੇ ਤੇ, ਜੇ ਇਹ ਬੰਦਾ ਧੱਕਾ ਕਰ ਰਿਹਾ, ਦੇਖੋ ਸਰਕਾਰ ਸਾਡੇ ਤੇ ਜ਼ੁਲਮ ਤੇ ਜ਼ਬਰ ਕਰ ਰਹੀ ਹੈ, ਇਹ ਨਹੀਂ ਹੁੰਦੀ। ਅਦ੍ਰਿਸ਼ ਰੂਪ 'ਚ ਵੀ ਕਿਸੇ ਜਿਹੜੀ ਗੱਲ ਸਾਹਮਣੇ ਦਿਖਦੀ ਨਹੀਂ, ਉਹ ਵੀ ਉਹਨਾਂ ਕੋਲੇ ਸਾਰੇ ਢੰਗ ਆ, ਤੇ ਸਾਡੇ ਨਾਲ ਕਰਦੇ ਆ ਇਹ। ਹੁਣ ਆਉਣੀ ਆ ਵਾਪਸ ਉਸੇ ਗੱਲ ਤੇ। ਹੁਣ ਸੱਭਿਆਚਾਰ ਤੇ ਹਮਲਾ ਹੋਇਆ ਪੰਜਾਬ ਨਹੀਂ ਸਹਿਣ ਕਰ ਸਕਦਾ, ਕਿਉਂਕਿ ਅਸੀਂ ਆਪਦਾ ਸਟੇਟਹੁੱਡ ਇੰਜੋਏ ਕੀਤਾ ਹੋਇਆ, ਅਸੀਂ ਆਪਦਾ ਰਾਜ ਇੰਜੋਏ ਕੀਤਾ ਹੋਇਆ। ਔਰ ਜਿਹੜੇ ਬੰਦੇ ਨੇ ਰਾਜ ਇੰਜੋਏ ਕਰ ਲਿਆ, ਉਹਦੇ ਅੰਦਰ ਉਹ ਜਿਹੜੀ ਪ੍ਰਵਿਰਤੀ ਆ ਉਹ ਨਿਕਲ ਹੀ ਨਹੀਂ ਸਕਦੀ। ਜਦੋਂ ਉਹ ਰਾਜ ਸਾਡੇ ਸਿੱਖ ਫਲਸਫੇ ਤੇ ਜਾਂ ਉਸ ਸਿਧਾਂਤ ਤੇ ਖੜਾ ਹੋਵੇ, ਉਹ ਨਿਕਲ ਹੀ ਨਹੀਂ ਸਕਦੀ। ਇੱਥੇ ਆ ਕੇ ਦਿੱਲੀ ਮਾਰ ਖਾ ਜਾਂਦੀ ਆ। ਦਿੱਲੀ ਇਸ ਗੱਲ ਨੂੰ ਸਮਝ ਹੀ ਨਹੀਂ ਸਕਦੀ ਵੀ ਇਹਨਾਂ ਨੇ ਰਿਐਕਟ ਕਿਵੇਂ ਕਰਨਾ। ਅੱਜ ਤੱਕ ਸਾਨੂੰ ਸਮਝ ਹੀ ਨਹੀਂ ਸਕੇ ਉਹ, ਕਿਉਂਕਿ ਉਹ ਆਪਦੇ ਹਿਸਾਬ ਨਾਲ ਸੋਚਦੇ ਆ ਵੀ ਇਹ ਰਿਐਕਟ ਕਰਨਗੇ। ਤਾਂ ਹੀ ਤਾਂ ਕਹੀ ਜਾਂਦੇ ਆ ਨਾ ਵੀ ਬੁੱਲ ਤਾਂ ਸਹੀ ਆ ਯਾਰ, ਇਹਦੇ 'ਚ ਕੋਈ ਗੜਬੜ ਤਾਂ ਹੈ ਨਹੀਂ, ਇਹ ਤਾਂ ਉਹੀ ਬੈਠੇ ਆ। ਉਹਨਾਂ ਨੇ ਆਪਦੇ ਹਿਸਾਬ ਨਾਲ ਸੋਚਿਆ ਸੀ ਅਸੀਂ ਰਿਐਕਟ ਕਰਾਂਗੇ, ਪਰ ਅਸੀਂ ਗੱਲ ਕੀ ਕਰਤੀ? ਸਾਡੀ ਹੋਂਦ ਦੀ ਲੜਾਈ ਆ। ਅਸੀਂ ਗੱਲ ਉੱਥੇ ਆ ਗਏ, ਲੈ ਆਏ। ਔਰ ਜਦੋਂ ਹੋਂਦ ਦੀ ਲੜਾਈ ਆ, ਫਿਰ ਪੰਜਾਬ ਤਾਂ ਕਿਸੇ ਹੋਰ ਹਿਸਾਬ 'ਚ ਹੀ ਲੜੂਗਾ। ਪੰਜਾਬ ਜਿਵੇਂ ਬਾਕੀ ਸਟੇਟ ਲੜ ਰਹੇ ਆ ਉਵੇਂ ਨਹੀਂ ਲੜੂਗਾ। ਪੰਜਾਬ ਵਾਲੇ ਤਾਂ ਫਿਰ ਉਸ ਹੋਂਦ ਨੂੰ ਬਚਾਉਣ ਖਾਤਰ, ਤੇ ਜੇ ਸਾਡੇ ਤੇ ਤੁਸੀਂ ਉਸ ਗੁਲਾਮੀ ਦਾ ਅਹਿਸਾਸ ਕਰਾਓਗੇ ਸਾਨੂੰ, ਫਿਰ ਅਸੀਂ ਗੁਲਾਮ ਤਾਂ ਨਹੀਂ ਰਹਿ ਸਕਦੇ। ਫਿਰ ਤਾਂ ਅਸੀਂ ਕਹਾਂਗੇ ਵੀ ਆ ਜਾਓ ਹੁਣ। ਸੋ ਗੱਲ ਹੁਣ ਇੱਥੇ ਆਈ ਖੜੀ ਆ। ਸਾਡੀ ਹੋਂਦ ਆ ਜਿਹੜੀ, ਜਦੋਂ ਉਹਦਾ ਨਾਅਰਾ ਲੱਗ ਗਿਆ, ਅਸਲ 'ਚ ਦਿੱਲੀ ਇਸ ਗੱਲ ਤੋਂ ਬਹੁਤ ਡਰਦੀ ਆ, ਕਿਉਂਕਿ ਇਹਨਾਂ ਨੂੰ ਐਂ ਲੱਗਦਾ ਵੀ ਇਹ ਤਾਂ ਯਾਰ, ਇਹਨਾਂ ਨੂੰ ਕੋਈ ਚਿੰਨ੍ਹ ਨਾ ਦਿਓ। ਇਹਨਾਂ ਨੂੰ 84 ਦਿੱਤਾ, ਅੱਜ ਤੱਕ ਨਹੀਂ ਭੁੱਲੇ। ਜੂਨ 84 ਨਹੀਂ ਭੁੱਲੇ, ਨਵੰਬਰ 84 ਨਹੀਂ ਭੁੱਲੇ। ਉਦੋਂ ਪਹਿਲਾਂ ਹਜੇ ਤੱਕ ਇਹ ਤਾਂ ਅਬਦਾਲੀ ਨੇ ਦਿੱਤੇ ਹੋਏ ਚਿੰਨ੍ਹ ਨਹੀਂ ਭੁੱਲੇ, ਅੰਗਰੇਜ਼ਾਂ ਨੇ ਦਿੱਤੇ ਹੋਏ ਚਿੰਨ੍ਹ ਨਹੀਂ ਭੁੱਲੇ। ਅਸੀਂ 84 ਦਾ ਕਿਵੇਂ ਭੁੱਲ ਜਾਂਗੇ? ਤੇ ਇਹਨਾਂ ਨੂੰ ਕੋਈ ਨਵਾਂ ਚਿੰਨ੍ਹ ਨਾ ਦਿਓ। ਪਰ ਆਹ ਜਿਹੜੇ ਬਿੱਲ ਦਿੱਤੇ, ਇਹਨਾਂ ਨੂੰ ਸਮਝ ਹੀ ਨਹੀਂ ਆਈ ਇਹ ਚਿੰਨ੍ਹ ਦੇ ਗਏ ਸਾਨੂੰ, ਤੇ ਉਸ ਚਿੰਨ੍ਹ ਨੇ ਸਾਡੇ ਅੰਦਰ ਪਹਿਲੀ ਵਾਰੀ ਬਹੁਤ ਸਮੇਂ ਬਾਅਦ ਇਤਿਹਾਸ 'ਚ ਇਹ ਗੱਲ ਭਰਤੀ ਵੀ ਅਸੀਂ ਗੁਲਾਮ ਆ।
ਜਦੋਂ ਤੱਕ ਸਾਡੇ ਕੋਲੇ ਸਾਡੀ ਖੁਦਮੁਖਤਿਆਰੀ ਨਹੀਂ ਹੋਊਗੀ ਜਾਂ ਜਦੋਂ ਤੱਕ ਸਾਡੇ ਕੋਲੇ ਸਾਡੀ ਆਜ਼ਾਦੀ ਨਹੀਂ ਹੋਊਗੀ, ਉਦੋਂ ਤੱਕ ਇਹ ਗੁਲਾਮੀ ਸਾਨੂੰ ਤੰਗ ਕਰਦੀ ਰਹੂਗੀ। ਸਾਨੂੰ ਤੁਰਦਿਆਂ ਫਿਰਦਿਆਂ ਸੌਂਦਿਆਂ ਜਾਗਦਿਆਂ ਇਹ ਤੰਗ ਹੀ ਕਰੂਗੀ ਸਾਡੇ। ਸੋ ਪੰਜਾਬ ਕਿਉਂ ਉੱਠਿਆ, ਪੰਜਾਬ 'ਚ ਕਿਉਂ ਉਭਾਰ ਆਇਆ ਇਹ? ਕਿਉਂਕਿ ਪੰਜਾਬ ਜਦੋਂ ਜਦੋਂ ਗੁਲਾਮੀ ਦਾ ਅਹਿਸਾਸ ਪੰਜਾਬੀਆਂ ਦੇ ਅੰਦਰ ਆਊਗਾ, ਪੰਜਾਬੀ ਉਦੋਂ ਟਿਕਣਗੇ ਨਹੀਂ। ਫਿਰ ਤੁਸੀਂ ਦੇਖਿਓ ਜਿਵੇਂ ਸੰਗਤ ਆ ਰਹੀ ਆ, ਕੋਈ ਅੰਮ੍ਰਿਤਸਰੋਂ ਆਉਂਦਾ, ਕੋਈ ਬਠਿੰਡੇ ਵਾਲੇ ਪਾਸਿਓਂ ਆਉਂਦਾ, ਕੋਈ ਫਾਜ਼ਿਲਕਾ ਤੋਂ ਆਉਂਦਾ, ਕੋਈ ਇੱਧਰੋਂ ਚੰਡੀਗੜ੍ਹੋਂ ਆਉਂਦਾ, ਮੋਹਾਲੀਓਂ ਆਉਂਦਾ, ਰੋਪੜ ਤੋਂ ਆਉਂਦੇ ਆ। ਅਗਲੇ ਕਹਿੰਦੇ ਆ ਵੀ ਬਸ ਆਉਣਾ ਜੀ, ਅਸੀਂ ਤਾਂ ਇੱਥੇ ਆਉਣਾ ਸੀ, ਤੁਹਾਨੂੰ ਮਿਲ ਕੇ ਜਾਣਾ। ਹੁਣ ਇਹ ਗੱਲ ਵੀ ਆਪਾਂ ਸਮਝਦੇ ਹਾਂ ਵੀ ਮਿਲ ਕੇ ਜਾਣਾ ਤੁਹਾਨੂੰ, ਤੁਹਾਡੇ ਕੋਲੇ ਤਾਂ ਆਉਣਾ ਸੀ ਜੀ। ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਕਿਉਂ ਆਏ ਆ ਜਾਂ ਕੀ ਗੱਲ ਕਰ ਰਹੇ ਆ, ਕੀ ਜਜ਼ਬਾ ਉਹਨਾਂ ਨੂੰ ਖਿੱਚ ਕੇ ਲੈ ਕੇ ਆ ਰਿਹਾ। ਜਜ਼ਬਾ ਉਹਨਾਂ ਦੇ ਅੰਦਰ ਹੀ ਆ। ਹਾਲਾਂਕਿ ਮੇਰੇ ਕੋਲੇ ਕਿਹੜੀ ਗਿੰਦੜ ਸਿੰਘੀ ਆ ਵੀ ਮੈਂ ਦੇ ਦੂੰਗਾ ਤੇ ਉਹ ਖਿੱਚੇ ਤੁਰੇ ਆਉਣਗੇ। ਪਰ ਹੁਣ ਇਹ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਆ। ਜਦੋਂ ਰੂਹਾਂ ਦੀ ਗੱਲ ਕਰਦੇ ਆ ਨਾ, ਮਨੁੱਖਾਂ ਦੀ ਗੱਲ ਕਰਦੇ ਆ, ਉਹਦੇ ਅੰਦਰ ਰੂਹਾਂ ਵਸਦੀਆਂ, ਔਰ ਰੂਹਾਂ 'ਚ ਸਭ ਕੁਝ ਫਿਜ਼ੀਕਲ ਨਹੀਂ ਹੁੰਦਾ, ਸਾਹਮਣੇ ਨਹੀਂ ਹੁੰਦਾ। ਵੀ ਮੈਟਾਫਿਜ਼ੀਕਲ ਬੜਾ ਕੁਝ ਹੁੰਦਾ। ਮੈਡੀਕਲ ਸਾਇੰਸ ਨੇ ਤਾਂ ਫਿਜ਼ੀਕਲ ਜਿਹੜਾ ਆਪਣਾ ਸਰੀਰ ਆ ਨਾ, ਉਹਨੂੰ ਫਿਜ਼ੀਕਲ ਰੂਪ 'ਚ ਸਮਝਿਆ। ਮੈਟਾਫਿਜ਼ੀਕਲ ਆ ਜਿਹੜਾ, ਜਿੱਥੇ ਜਜ਼ਬਾ ਪਿਆ, ਜਿੱਥੇ ਸ਼ਰਧਾ ਪਈ ਆ, ਜਿੱਥੇ ਅਸੀਂ ਕਹਿੰਦੇ ਹਾਂ ਅਸੀਂ ਲੜਦੇ ਹਾਂ, ਕੋਈ ਵਰਤਾਰੇ 'ਚ ਕੁਛ ਕੰਮ ਕਰ ਜਾਂਦੇ ਹਾਂ, ਸ਼ਹੀਦੀ ਦੇ ਜਾਂਦੇ ਹਾਂ, ਉਹ ਜਿਹੜਾ ਉਹ ਕਿੱਥੋਂ ਨਿਕਲਦੀਆਂ, ਉਹ ਗੱਲ ਕਦੇ ਸਾਇੰਸ ਨੇ ਨਹੀਂ ਸਮਝੀ, ਮੈਡੀਕਲ ਸਾਇੰਸ ਨੇ ਨਹੀਂ ਸਮਝੀ, ਕਿਸੇ ਕਮਿਊਨਿਸਟ ਨੇ ਨਹੀਂ ਸਮਝੀ, ਕਿਸੇ ਸੋਸ਼ਲਿਸਟ ਨੇ ਨਹੀਂ ਸਮਝੀ, ਕਿਸੇ ਨੈਸ਼ਨਲਿਸਟ ਨੇ ਨਹੀਂ ਸਮਝੀ। ਔਰ ਜਿਹੜਾ ਮੈਟਾਫਿਜ਼ੀਕਲ ਐਸਪੈਕਟ ਆ ਨਾ ਸਾਡੇ ਅੰਦਰ, ਕਿਸੇ ਵੀ ਮਨੁੱਖ ਦੇ ਅੰਦਰ, ਅਸਲ 'ਚ ਤੁਹਾਨੂੰ ਜ਼ਿੰਦਗੀ 'ਚ ਚਲਾਉਂਦਾ ਉਹੀ ਆ। ਹੁਣ ਮਾਂ ਕਿੰਨਾ ਪਿਆਰ ਕਰਦੀ ਆ, ਮਾਂ ਦੇ ਪਿਆਰ ਦੀ ਕੋਈ ਪਰਿਭਾਸ਼ਾ ਦੇ ਸਕਦਾ ਜਾਂ ਉਹਦਾ ਮਕਦਾਰ ਜਿਹੜਾ ਉਹਦੀ ਤੈਅ ਕਰ ਸਕਦਾ? ਉਹ ਮੈਟਾਫਿਜ਼ੀਕਲ ਐਸਪੈਕਟ ਆ। ਕਿੱਥੋਂ ਆਉਂਦਾ ਮਾਂ ਕੋਲੇ ਉਹ ਪਿਆਰ? ਮਾਂ ਰੋਟੀ ਵੀ ਬਣਾਉਂਦੀ ਆ ਤੇ ਉਹਦੇ ਹੱਥਾਂ ਦੀ ਰੋਟੀ ਕਿੰਨੀ ਸਾਨੂੰ ਸਵਾਦ ਲੱਗਦੀ ਆ। ਉਹ ਮੈਟਾਫਿਜ਼ੀਕਲ ਐਸਪੈਕਟ ਆ। ਕਿੱਡਾ ਵੱਡਾ ਇਹਦਾ ਸਾਡੇ ਜ਼ਿੰਦਗੀ 'ਚ ਇਸ ਮੈਟਾਫਿਜ਼ੀਕਲ ਐਸਪੈਕਟ ਦਾ ਯੋਗਦਾਨ ਆ, ਅਸੀਂ ਕਦੇ ਸਮਝਦੇ ਨਹੀਂ। ਕੁੱਕੀ ਗਿੱਲ, ਉਹ ਬੰਦੇ ਨੇ ਮਾਕਨ ਨੂੰ ਮਾਰਿਆ, ਹੋਰ ਬਥੇਰੇ ਕੰਮ ਕੀਤੇ, ਤੇ ਅੱਜ ਕੁੱਕੀ ਗਿੱਲ ਨੂੰ ਜਦੋਂ ਇੰਟਰਵਿਊ ਕਰਦੇ ਆ ਤੇ ਕੁੱਕੀ ਗਿੱਲ ਕਹਿੰਦਾ ਵੀ ਮੈਂ ਤਾਂ ਗੁੱਸੇ 'ਚ ਕਰ ਬੈਠਾ। ਫਿਰ ਗੁੱਸੇ 'ਚ ਹੋਰ ਬਹੁਤ ਕੰਮ ਕਿਉਂ ਨਹੀਂ ਕਰਦੇ? ਸਮਝ ਨਹੀਂ ਆਉਂਦੀ। ਕਈ ਵਾਰੀ ਐਡੇ ਵੱਡੇ ਯੋਧਿਆਂ ਨੂੰ ਨਹੀਂ ਸਮਝ ਆਉਂਦੀ ਵੀ ਅਸੀਂ ਲੜ ਕਿਉਂ ਗਏ, ਅਸੀਂ ਸ਼ਹੀਦੀਆਂ ਕਿਉਂ ਦੇਤੀਆਂ, ਅਸੀਂ ਮਿੱਥ ਕਿਉਂ ਸਿਰਜਤੇ ਉਹਨਾਂ ਸ਼ਹੀਦੀਆਂ ਦੇ। ਕਿਉਂਕਿ ਉਹ ਮੈਟਾਫਿਜ਼ੀਕਲ ਐਸਪੈਕਟ 'ਤੇ ਕਦੇ ਕੋਈ ਧਿਆਨ ਹੀ ਨਹੀਂ ਦਿੰਦਾ। ਤੇ ਸਾਡੀ ਜ਼ਿੰਦਗੀ ਉੱਥੋਂ ਚੱਲਦੀ ਆ, ਸਾਨੂੰ ਗਾਈਡ ਹੀ ਉਹ ਕਰਦੀ ਆ। ਅੱਜ ਆਪਾਂ ਇੱਥੇ ਬੈਠੇ ਆ, ਮੈਂ ਮਹਾਰਾਸ਼ਟਰ ਬੰਬੇ ਛੱਡ ਕੇ ਇੱਥੇ ਕਿਉਂ ਬੈਠਾ, ਉਹੀ ਮੈਟਾਫਿਜ਼ੀਕਲ ਐਸਪੈਕਟ ਆ ਵੀ ਨਹੀਂ ਯਾਰ, ਅਸੀਂ ਆਪਦੀ ਹੋਂਦ, ਆਪਦੇ ਸੱਭਿਆਚਾਰ ਨੂੰ, ਆਪਦੀ ਧਰਤੀ ਨੂੰ, ਆਪਦੇ ਲੋਕਾਂ ਨੂੰ ਕਿਵੇਂ ਬਚਾਈਏ, ਉਹਨਾਂ ਖਾਤਰ ਕਿਵੇਂ ਲੜੀਏ। ਹੁਣ ਇਸ ਗੱਲ ਦੀ ਜਦੋਂ ਤੱਕ ਇਹ ਗੱਲ ਸਰਕਾਰਾਂ ਨਹੀਂ ਸਮਝ ਸਕਦੀਆਂ, ਤਾਂ ਹੀ ਮੈਂ ਕਹਿੰਦਾ ਨਾ ਦਿੱਲੀ ਨੂੰ ਸਾਡੀ ਸਮਝ ਨਹੀਂ। ਔਰ ਜਦੋਂ ਹੁਣ ਮੈਟਾਫਿਜ਼ੀਕਲ ਐਸਪੈਕਟ ਨੂੰ ਇੱਕ ਹੋਰ ਢੰਗ 'ਚ ਆਪਾਂ ਸਮਝਦੇ ਹਾਂ, ਜਦੋਂ ਗੁਰੂ ਸਾਹਿਬ ਕਹਿੰਦੇ 1.25 ਲੱਖ ਸੇ ਇੱਕ ਲੜਾਊਂ, ਔਰ 1.25 ਲੱਖ ਨਾਲ ਇੱਕ ਲੜਿਆ, ਉਹਨਾਂ ਨੇ ਕਰਕੇ ਦਿਖਾਇਆ। ਕਿਉਂ? ਉਹੀ ਮੈਟਾਫਿਜ਼ੀਕਲ ਐਸਪੈਕਟ ਆ ਉਹਨਾਂ 'ਚ, ਪੂਰਨ ਵਿਸ਼ਵਾਸ ਗੁਰੂ 'ਚ ਵੀ ਗੁਰੂ ਕੁਛ ਵੀ ਕਰ ਸਕਦਾ। ਗੁਰੂ ਕਾਇਆ ਕਲਪ ਜਮਾਂ ਹੀ ਪਲਟ ਸਕਦਾ। ਗੁਰੂ ਹਰ ਕਿਸੇ ਸਥਿਤੀ ਨੂੰ ਕਾਇਆ ਹੀ ਕਲਪ ਹੋ ਜਾਂਦੀ ਆ। ਤੇ ਜਦੋਂ ਐਡਾ ਵਿਸ਼ਵਾਸ ਗੁਰੂ 'ਚ ਬਣਿਆ ਹੋਵੇ, ਔਰ ਉਹ ਉਸੇ ਮੈਟਾਫਿਜ਼ੀਕਲ ਐਸਪੈਕਟ 'ਚ ਬਣਦਾ। ਰੂਹਾਂ ਦੀ ਗੱਲ ਕਰ ਰਹੇ ਹਾਂ ਇੱਥੇ, ਸਰੀਰ ਦੀ ਗੱਲ ਕੁਛ ਨਹੀਂ ਹੁੰਦੀ, ਗੱਲ ਅਸਲ ਰੂਹਾਂ 'ਚ ਪਈ ਆ। ਸੋ ਉਹਨਾਂ ਨੇ 1.25 ਲੱਖ ਨਾਲ ਉਹ ਸਿੰਘ ਜਦੋਂ ਸੀ, ਉਹ ਇੱਕ ਇੱਕ ਸਿੰਘ ਲੜ ਗਿਆ। ਤੁਸੀਂ ਇੱਥੇ ਬੈਠੇ ਹੋ, ਅਸੀਂ ਬੈਠੇ ਹਾਂ, ਸਾਰੇ ਆਪਾਂ ਜੇ ਬੈਠੇ ਹਾਂ, ਸਾਨੂੰ ਪਤਾ ਵੀ ਦਿੱਲੀ ਦਾ ਤਾਕਤ ਉਹਨਾਂ ਕੋਲੇ ਕਿੱਡੀ ਵੱਡੀ ਪਾਵਰ ਆ, ਪਰ ਅਸੀਂ ਪਰਵਾਹ ਕਰਦੇ ਹਾਂ? ਅਸੀਂ ਇਸ ਗੱਲ ਦੀ ਪਰਵਾਹ ਕਰਦੇ ਹਾਂ ਵੀ ਫੌਜ ਆ ਜਾਏ, ਕੋਈ ਨਹੀਂ, ਕਿਤੇ ਨਾ ਕਿਤੇ ਅੰਦਰ ਅਸੀਂ ਇਹ ਮਿੱਥ ਕੇ ਆਉਣੇ ਆ ਵੀ ਯਾਰ ਕੋਈ ਨਹੀਂ, ਪੁਲਿਸ ਆ ਜਾਏ, ਫੌਜ ਆ ਜਾਏ, ਕੋਈ ਪੈਰਾਮਿਲਟਰੀ ਫੋਰਸ ਆ ਜਾਏ,
कोई नहीं आ जान दो फिर। ये यही तो जज्बा, इनू नहीं समझ सकती दिल्ली कदे भी, क्योंकि उन्होंने जिंदगी कदे ऐ जिउं ही नहीं आ। इन्हां फलसफिਆਂ ਨੂੰ समझिया ही नहीं आ। इन्हां फलसफिਆਂ ने उन्होंने पैदा ही नहीं किया। उन्होंने तो पैदा किया, उन्होंने देश पता की दिखता भी कन्याकुमारी, कश्मीर तो लैके कन्याकुमारी तक आ सरहदां दे अंदर एक देश आ। वो पतंदर धरती नूं ही देश मन्नी बैठे आ। उत्थे रहिंदे लोकां नूं नहीं वो समझदे भी देश आ। जे लोकां नूं देश समझदे हुंदे तां साडी खबर लैनी सी उन्होंने अज ताईं, पर उन्होंने नहीं खबर लैनी क्योंकि सानू देश ही नहीं समझते। और पंजाबियों तो खास करके साडे तो पिछे आए हैं ना भी इन्हां नूं दबाओ, इन्हां नूं इन्हां दी धरती नालों तोड़ो। पर जेड़े फलसफिਆਂ ते असीं खड़े हैं, जेड़े सिद्धांत ते खड़े हैं, ते जेड़े गुरुआं दी धरती है ये जिन्हां ने वसाई आ, उत्थों थानू कित्थों तोड़ लैणगे ये। सानू एशिया दीयां वड्डियां फोर्सां उस वेले अहमद शाह अब्दाली वर्गे नहीं तोड़ सके, सारे वर्ल्ड ते अंग्रेज राज करके वो नहीं तोड़ सके, तो दिल्ली कित्थों तोड़ दूगी सानू। सो जिहड़ी गल आपां कर रहे हैं इहदे च एक कौमीयत दी एक गल ते आपां वापस आउणे आ। जिहड़ा ये देश बनिया नैशनलिज्म, इंडिया इज़ वन नेशन, ये कहिंदे आ। इंडिया इज़ नॉट अ वन नेशन, इंडिया इज़ अ नोशन एंड इट्स अ मल्टीकल्चरल सोसाइटी। बहुत कौमीयत आ जिहड़ी इत्थे वसदी आ। बहुत कौमीयत च साडी कौम भी एक कौम आ। जदों सानू इस यूनीयन च इन्हां ने रलाया, सानू इन्हां ने वादे कीते सी भी तुहाडी कौमीयत नूं, तुहाडे फलसफे नूं, तुहाडे सभ्याचार नूं असीं बचा के रखांगे, तुहानूं मान सन्मान देवांगे। ਉਹ वादे ਤਾਂ देश ਬਣਦੇ ही तोड़ते। जिद्दां इंडिया नेशन का एक कॉन्सैप्ट ये सामने लैके आए, इन्हां ने तोड़ते। इन्हां ने तो तोड़ते, पर असीं आपदे विचों किवें कढ दईए। हुण जदों जदों उस कौमीयत ते सੱਟ ਵੱਜਦੀ आ, असीं खड़े हो जाने आ। अज जे असीं आपदी होंद दी लड़ाई लड़ रहे हैं ना, सੱਟ एक्चुअली उस कौमीयत ते वजी आ। और जेड़ा बंदा उस कौमीयत ते सੱਟ मारदा, सरकारां च जो जिहड़ी दिल्ली सरकार ये हुण तो नहीं मार रहे, 1947 तो लगे आ। जदों जदों कौमीयत ते सੱਟ मारनगे असीं खड़े होवांगे। पर इस उभार च सब तो वड्डी गल साडे कोले की आ, इस उभार च कौमीयत का जज्बा एडा वड्डा प्रतख रूप च सामने आ गया। लोगों ने यह गल समझ ली भी दिल्ली साडे कदे नहीं हो सकती, ये गल कदे भी नहीं समझी गई सी। हुण पंजाब ने, पंजाब दे लोगों ने यह गल समझ ली भी पंजाब दी दिल्ली कदे नहीं हो सकती। ये साडी बहुत वड्डी जित आ। हुण इदों अगे लड़ाई नूं किवें लड़ना, गल इत्थे खड़ी आ। इदों अगली लड़ाई लड़न लई साडे कोले समाजिक बहुत वड्डी एक जथेबंदी होनी चाहिए है, क्योंकि साडे कोले साडी समाजिक जथेबंदी भी है नहीं। साडे कोले एक बहुत निरोल पंजाब दी सियासत दी जथेबंदी होनी चाहिए है, साडे कोले वो भी है नहीं। इस संघर्ष च जे आपां कल्ले किसानी दे संघर्ष की गल करिए, असीं आपदे लई कोई पंजाब पक्षी किसानी का मॉडल ही खड़ा कर जाइए, जिहड़ा मॉडल साडे वातावरण नूं भी समझे, साडे किसानां नूं खुदकुशियां ना देवे, करजे ना चढ़ाए उन्हां ते, जिहड़ा मॉडल साडियां फसलां दे असीं मुੱਲ की है वो आप तय करिए, बेचनी कित्थे है वो आप तय करिए। असीं पश्चिम वाले पासे भेजनी है कि पूर्व वाले पासे भेजनी है। साडा तां ਵਪਾਰ ਦਾ ਵਹਿਣ भी उधर ਨੂੰ ਹੁੰਦਾ ਸੀ। ਇਹਨਾਂ ਨੇ ਜਦੋਂ ਤੋਂ ਪੁੱਠੇ ਪਾਸੇ ਲਾਇਆ, ਅਸੀਂ ਉਦੋਂ ਤੋਂ देख लो थल्ले नूं आए हैं। सो असीं उहदा मंडीकरण, उहदियां मंडियां, उहदे मुੱਲ ते साडी मिट्टी, पानी ते आबो हवा, ये सब कुछ इहदियां नीतियां आप तय करिए। एक सानूं मॉडल उसारना पैना किसानी दा। उस मॉडल वो ऐ नहीं उसारिया जाना। वो मॉडल उसारन खातर सानू एक प्लेटफॉर्म तैयार करके उहदे ते डिस्कशन करनी पैनी है।
ਫਿਰ ਇਵੋਲਵ ਹੋ ਕੇ ਉਹ ਮਾਡਲ ਨਿਕਲੂਗਾ। ਉਹ ਮਾਡਲ ਉਹੀ ਹੋਊਗਾ ਜਾਂ ਉਹਦੀਆਂ ਜਿਹੜੀਆਂ ਪੈੜਾਂ ਜਾਂ ਲੀਹਾਂ ਉਹ ਹੋਣਗੀਆਂ ਜਿਹੜੀਆਂ ਖਾਲਸਾ ਰਾਜ 'ਚ ਸਰਕਾਰ ਖਾਲਸਾ ਵੇਲੇ ਹੁੰਦੀਆਂ ਸੀ। ਕਿਉਂਕਿ ਉਸ ਤੋਂ ਬਾਅਦ ਅੰਗਰੇਜ਼ ਆ ਗਏ, ਅੰਗਰੇਜ਼ਾਂ ਨੇ ਆਪਦਾ ਮਾਡਲ ਦੇਤਾ, ਫਿਰ ਦਿੱਲੀ ਆ ਗਈ ਤੇ ਦਿੱਲੀ ਨੇ ਆਪਦਾ ਮਾਡਲ ਦੇਤਾ। ਸਾਡਾ ਤਾਂ ਜਿਹੜਾ ਮਾਡਲ ਸੀ ਆਤਮ ਨਿਰਭਰਤਾ ਦਾ ਉਹ ਖਾਲਸਾ ਰਾਜ ਵੇਲੇ ਹੁੰਦਾ ਸੀ। ਉਹਦੀਆਂ ਪੈੜਾਂ ਤੇ ਲੀਹਾਂ ਹਜੇ ਵੀ ਪਈਆਂ, ਹਜੇ ਵੀ ਸਾਡੇ ਕੋਲੇ ਨੈਚੁਰਲ ਰਿਸੋਰਸਿਸ ਤੇ ਹਿਊਮਨ ਰਿਸੋਰਸਿਸ ਉਹ ਹੈਗੇ ਜਿਹਦੇ ਨਾਲ ਉਹ ਮਾਡਲ ਉਸਾਰਿਆ ਜਾ ਸਕਦਾ। ਪਰ ਇਹਦੇ ਤੇ ਸਾਨੂੰ ਬਹਿ ਕੇ ਗੱਲ ਕਰਨੀ ਪਊਗੀ, ਇਹਦੇ ਤੇ ਡਿਸਕਸ਼ਨ ਹੋਊਗੀ, ਇਹਦੇ ਤੇ ਜਿਹੜੇ ਐਗਰੋ ਇਕੋਨਮਿਸਟ ਆ, ਐਗਰੋ ਸਾਇੰਟਿਸਟ ਆ ਜਾਂ ਹੋਰ ਇੰਟੈਲੈਕਚੁਅਲ ਵਰਗ ਆ ਪੰਜਾਬ ਦਾ, ਉਹ ਬੈਠਣ ਇਹਦੇ ਤੇ ਗੱਲਬਾਤ ਕਰਨ ਤੇ ਇਹਦੇ ਚੋਂ ਫਿਰ ਇੱਕ ਮਾਡਲ ਕੱਢੀਏ। ਅਸੀਂ ਉਹ ਮਾਡਲ ਨੂੰ ਲਾਗੂ ਕਰਾਉਣ ਵਾਸਤੇ ਸਾਡੇ ਕੋਲੇ ਹੱਕ ਹੈ ਨਹੀਂ, ਅਸੀਂ ਆਪਦੇ ਫੈਸਲੇ ਤਾਂ ਲੈ ਹੀ ਨਹੀਂ ਸਕਦੇ। ਜੇ ਸਾਡੇ ਕੋਲੇ ਹੱਕ ਹੈ ਨਹੀਂ ਇਹਦਾ ਮਤਲਬ ਸਾਨੂੰ ਆਪਦੇ ਹੱਕਾਂ ਲਈ ਲੜਨਾ ਪੈਣਾ। ਤੇ ਹੱਕਾਂ ਲਈ ਕੌਣ ਲੜੂਗਾ? ਸਿਆਸੀ ਲੜਾਈ, ਇਹ ਤਾਂ ਪੋਲੀਟੀਕਲ ਲੜਾਈ ਹੋ ਗਈ ਨਾ, ਫਿਰ ਸਿਆਸੀ ਲੜਾਈ ਹੋ ਗਈ। ਹੱਕਾਂ ਲਈ ਸਿਆਸੀ ਲੜਾਈ ਲੜੂ ਕੋਈ ਸਿਆਸੀ ਧਿਰ, ਤੇ ਉਹ ਸਾਡੇ ਕੋਲੇ ਸਿਆਸੀ ਧਿਰ ਵੀ ਹੈ ਨਹੀਂ। ਪੰਜਾਬ ਕੋਲੇ ਜਿਹੜੀ ਕੋਈ ਪੰਜਾਬ ਪੱਖੀ ਸਿਆਸੀ ਧਿਰ ਹੋਵੇ, ਨਿਰੋਲ ਪੰਜਾਬ ਦੀ ਹੋਵੇ, ਦਿੱਲੀ ਤੋਂ ਉਹਦਾ ਸੰਚਾਲਨ ਨਾ ਹੁੰਦਾ ਹੋਵੇ, ਉਹ ਵੀ ਹੈ ਨਹੀਂ। ਸੋ ਗੱਲ ਕਿੱਥੇ ਆਉਂਦੀ ਆ? ਗੱਲ ਇਹਦਾ ਮਤਲਬ ਆ ਕੇ ਇੱਥੇ ਖੜਦੀ ਆ ਵੀ ਆਪਦੀ ਸਿਆਸਤ ਖੜੀ ਕਰੋ, ਸਿਆਸਤ ਦੇ ਨਾਲ ਉਹਨਾਂ ਤੇ ਇੱਕ ਪਹਿਰਾਦਾਰੀ ਸਿਸਟਮ ਖੜੀ ਕਰੋ ਤਾਂ ਕਿ ਉਹ ਸਿਆਸਤਦਾਨ ਹਿੱਲਣ ਨਾ, ਉਹ ਉਹਨਾਂ ਸਿਧਾਂਤਾਂ ਤੇ ਪਹਿਰਾ ਦਿੰਦੇ ਰਹਿਣ ਜਿਹੜੇ ਪੰਜਾਬ ਪੱਖੀ ਹੋਣ। ਫਿਰ ਉਹ ਸਿਆਸਤ ਸਾਡੇ ਵਾਸਤੇ ਦਿੱਲੀ ਨਾਲ ਲੜੇ ਤੇ ਸਾਡੇ ਵਾਸਤੇ ਚਾਹੇ ਕਿਸਾਨੀ ਦਾ ਮਾਡਲ ਆ, ਚਾਹੇ ਸਿੱਖਿਆ ਦਾ ਮਾਡਲ ਆ, ਚਾਹੇ ਉਹ ਪ੍ਰਵਾਸ ਨੂੰ ਲੈ ਕੇ ਜਾਂ ਨਸ਼ਿਆਂ ਨੂੰ ਲੈ ਕੇ ਸਾਡੇ ਮਸਲੇ ਆ, ਜਾਂ ਪੰਜਾਬ ਦੇ ਪਾਣੀਆਂ ਦੇ ਮਸਲੇ ਆ, ਇਹ ਸਾਰੇ ਮਸਲੇ ਨਜਿੱਠੇ ਜਾਣ। ਸਾਡੀ ਸੱਭਿਆਚਾਰਕ, ਸਾਡੀ ਹੋਂਦ ਦੇ ਮਸਲੇ, ਸਾਡੀ ਕੌਮੀਅਤ ਨੂੰ ਖੜਾ ਕੀਤਾ ਜਾਵੇ। ਸੋ ਇਹ ਇੱਕ ਤਾਣਾ ਬਾਣਾ ਲੜਾਈ ਦਾ। ਹੁਣ ਇਹਨੂੰ ਲੜਨਾ ਕਿਵੇਂ ਆ, ਇਹਦਾ ਫੌ ਕਿੱਧਰੋਂ ਕਿਵੇਂ ਪਊਗਾ, ਇਹੀ ਗੱਲ ਆਪਾਂ ਡਿਸਾਈਡ ਕਰਨੀ ਆ। ਇਸੇ ਗੱਲ ਖਾਤਰ ਜਦੋਂ ਆਪਾਂ ਸ਼ੰਭੂ ਮੋਰਚੇ ਦੀ ਗੱਲ ਕਰਦੇ ਹਾਂ, ਸ਼ੰਭੂ ਮੋਰਚਾ ਰਿਆਇਤਾਂ ਖਾਤਰ ਤੇ MSP ਖਾਤਰ ਨਹੀਂ ਲੱਗਿਆ। ਸ਼ੰਭੂ ਮੋਰਚਾ ਹਾਲਾਤ ਨੂੰ ਸਮੁੱਚਤਾ 'ਚ ਸਮਝ ਕੇ ਤੇ ਅੱਗੇ ਕਿਵੇਂ ਵਧਿਆ ਜਾਵੇ ਇਸ ਗੱਲ ਖਾਤਰ ਲਾਇਆ ਗਿਆ। ਤੇ ਇਸ ਗੱਲ ਤੇ ਵਿਚਾਰ ਹੋਣੀ ਚਾਹੀਦੀ ਆ, ਇਸ ਗੱਲ ਤੇ ਆਪਸ 'ਚ ਆਪਾਂ ਮੰਥਨ ਕਰੀਏ, ਬ੍ਰੇਨਸਟਾਰਮਿੰਗ ਡਿਸਕਸ਼ਨ ਕਰੀਏ, ਨਾ ਕਿ ਇਹਨਾਂ ਗੱਲਾਂ 'ਚ ਉਲਝ ਗਏ ਵੀ ਖਾਲਿਸਤਾਨ ਦਾ ਨਾਰਾ ਲੱਗਿਆ ਕਿ ਨਹੀਂ ਲੱਗਿਆ, ਸੰਤਾਂ ਦੀ ਫੋਟੋ ਲਾਈ ਆ ਕਿ ਨਹੀਂ ਲਾਈ ਆ, ਜਾਂ ਤੁਸੀਂ ਇਹਦੇ ਤੇ ਕੀ ਸਟੈਂਡ ਲਿਆ, ਤੁਹਾਡਾ ਸਟੈਂਡ ਕਲੀਅਰ ਕਰੋ। ਇਹਨਾਂ ਗੱਲਾਂ ਦਾ ਤਾਂ ਹਜੇ ਸਾਡੇ ਕੋਲੇ ਬਹੁਤ ਸਮਾਂ ਪਿਆ। ਜਦੋਂ ਅਸੀਂ ਪਾਤਸ਼ਾਹੀ ਦਾਅਵੇ ਤੇ ਹੀ ਰੱਖੀ ਜਾਂਦੇ ਆ, ਫਿਰ ਇਹ ਗੱਲਾਂ ਤਾਂ ਸਾਰੀਆਂ ਵਿੱਚ ਹੀ ਆ ਜਾਂਦੀਆਂ ਉਹਦੇ। ਸਤਿ ਸ੍ਰੀ ਅਕਾਲ। ਸੋ ਇਸ ਕਰਕੇ ਹਾਂਜੀ 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 ਦੇਖੋ, ਪ੍ਰਵਾਸ ਇੱਕ ਸਾਡਾ ਬੜਾ ਵੱਡਾ ਮਸਲਾ। ਔਰ ਪ੍ਰਵਾਸ, ਹਾਂ ਕੱਲਾ ਪ੍ਰਵਾਸ, ਤੁਸੀਂ ਦੇਖੋ ਪ੍ਰਵਾਸ ਤੇ ਅੱਜ ਤੱਕ ਕਿਸੇ ਯੂਨੀਵਰਸਿਟੀ ਨੇ, ਕਿਸੇ ਕਾਲਜ ਨੇ, ਕਿਸੇ ਇੰਟੈਲੈਕਚੁਅਲ ਵਰਗ ਨੇ ਗੱਲ ਹੀ ਨਹੀਂ ਕੀਤੀ। ਬ੍ਰੇਨ ਡਰੇਨ ਜਿਹੜਾ ਹੋ ਰਿਹਾ ਪੰਜਾਬ 'ਚੋਂ, ਔਰ ਜਦੋਂ ਉਹਦੇ ਤੇ ਗੱਲ ਨਹੀਂ ਕੀਤੀ, ਇਹਦੇ ਤੋਂ ਸਾਡੀ ਸਮਾਜਿਕ ਹੁਣ ਬਣਤਰ ਕਿੱਥੇ ਚਲੀ ਗਈ ਆ ਉਹਦਾ ਵੀ ਖਾਸਾ ਸਮਝ ਆ ਜਾਂਦਾ। ਸਮਾਜਿਕ ਬਣਤਰ ਚਲੀ ਇੱਥੋਂ ਤੱਕ ਗਈ ਆ ਵੀ ਜਿਹੜੇ ਸਕੂਲ ਕਾਲਜਸ ਜਾਂ ਯੂਨੀਵਰਸਿਟੀ ਬਣੀਆਂ ਉਹ ਨੈਸ਼ਨਲਿਸਟਿਕ ਅਪਰੋਚ ਜਿਹੜੀ ਆ ਜਾਂ ਨੇਸ਼ਨ ਬਿਲਡਿੰਗ ਦਾ ਜਿਹੜਾ ਕਨਸੈਪਟ ਆ ਉਹਨੂੰ ਮੱਦੇ ਨਜ਼ਰ ਰੱਖ ਕੇ, ਉਹਨੂੰ ਮੁੱਖ ਰੱਖ ਕੇ ਬਣੀਆਂ ਹੋਈਆਂ। ਇਹਦੇ 'ਚ ਉਹਨਾਂ ਐਜੂਕੇਸ਼ਨ ਇੰਸਟੀਚਿਊਟਸ 'ਚ ਪੰਜਾਬ ਪੱਖੀ ਜਾਂ ਸਾਡੀ ਪੰਜਾਬੀ ਕੌਮੀਅਤ ਪੱਖੀ ਇਹ ਸਿੱਖਿਆ ਹੀ ਹੈ ਨਹੀਂ, ਹੈ ਨਾ। ਸੋ ਪ੍ਰਵਾਸ ਦੇ ਨਾਲ ਪਹਿਲੀ ਮੂਲ ਗੱਲ ਤਾਂ ਸਾਡੇ ਇਹ ਸਮਝ ਆਉਂਦੀ ਆ ਵੀ ਅੱਜ ਤੱਕ ਸੈਮੀਨਾਰ ਨਹੀਂ ਹੋਏ ਇਹਦੇ ਤੇ, ਅੱਜ ਤੱਕ ਐਡੇ ਵੱਡੇ ਲੈਵਲ ਤੇ ਪ੍ਰਵਾਸ ਪੰਜਾਬ 'ਚੋਂ ਚੱਲਦਾ, ਇਹਦੇ ਤੇ ਕੋਈ ਗੱਲ ਨਹੀਂ ਕਰ ਰਿਹਾ। ਪਾਸ਼ ਦੀ ਕਵਿਤਾ ਤੇ PhDਆਂ ਹੋ ਜਾਂਦੀਆਂ, ਪਰ ਪ੍ਰਵਾਸ ਦੀ ਗੱਲ ਨਹੀਂ ਕੀਤੀ ਜਾ ਰਹੀ, ਹੈ ਨਾ।
ਸੋ ਇਸ ਕਰਕੇ ਸਾਨੂੰ ਸਾਡੀ ਸਿੱਖਿਆ ਦਾ ਬਣਤਰ ਵੀ ਸਮਝ ਆ ਜਾਂਦੀ ਆ ਤੇ ਸਾਡੀ ਸਮਾਜਿਕ ਬਣਤਰ ਸਮਝ ਆ ਜਾਂਦੀ ਆ ਉੱਥੋਂ ਸਾਨੂੰ। ਹੁਣ ਪ੍ਰਵਾਸ ਨੂੰ ਜਦੋਂ ਦੇਖਣਾ ਤੇ ਪ੍ਰਵਾਸ ਦੇ ਕਈ ਕਾਰਨ ਬਣਦੇ ਆ। ਪ੍ਰਵਾਸ ਦਾ ਬਹੁਤ ਪੱਖੀ ਇਹਦਾ ਜਿਹੜੀ ਰਿਐਲਿਟੀ ਆ ਇਹ, ਹਨਾ, ਇਹ ਸਟੈਟਿਕ ਨਹੀਂ ਆ, ਆਰਥਿਕ ਵੀ ਆ, ਜਾਤ ਪਾਤ ਵੀ ਆ, ਹਨਾ। ਇਹਦਾ ਬਾਕੀ ਤੁਸੀਂ ਇਹ ਲੈ ਲਓ ਵੀ ਵਿਚਾਰਧਾਰਕ ਵੀ ਆ। ਸਰਕਾਰਾਂ ਦੀ ਵਿਚਾਰਧਾਰਾ ਚੋਂ ਨਿਕਲੀਆਂ ਹੋਈਆਂ ਨੀਤੀਆਂ ਇੱਥੇ ਜਦੋਂ ਇੰਪਲੀਮੈਂਟ ਹੁੰਦੀਆਂ ਤੇ ਉਹ ਵੀ ਪ੍ਰਵਾਸ ਕਰਾਉਂਦੀਆਂ। ਜਿਹੜਾ ਗ੍ਰੀਨ ਰੈਵੋਲਿਊਸ਼ਨ ਸੀ ਜਦੋਂ ਪੰਜਾਬ ਤੇ ਥੋਪਿਆ ਗਿਆ, ਉਹ ਵੀ ਇੱਕ ਬਹੁਤ ਵੱਡਾ ਪੰਜਾਬ ਤੋਂ ਪ੍ਰਵਾਸ ਦਾ ਕਾਰਨ ਬਣਿਆ। ਉਸ ਵੇਲੇ ਦੇ ਪੰਜਾਬ ਦੇ ਜਿਹੜੇ ਵਿਦਵਾਨ ਸੀ, ਜਿਹੜੇ ਪੰਜਾਬ ਲਈ ਰੂਹਾਂ ਸੋਚਦੀਆਂ ਸੀ, ਦਰਦ ਰੱਖਦੀਆਂ ਸੀ, ਉਹਨਾਂ ਨੇ ਕਿਹਾ ਸੀ ਵੀ ਇਹ ਮਾਡਲ ਆ ਜਿਹੜਾ ਗ੍ਰੀਨ ਰੈਵੋਲਿਊਸ਼ਨ ਦਾ, ਇਹ ਸਸਟੇਨੇਬਲ ਨਹੀਂ ਆ। ਇਹਨੇ ਪੰਜਾਬ 'ਚੋਂ ਬਹੁਤ ਵੱਡੇ ਲੈਵਲ ਤੇ ਇਹ 25-30 ਸਾਲ ਤੁਹਾਨੂੰ ਹੋ ਸਕਦਾ ਫਾਇਦੇ ਦੇ ਉਸ ਤੋਂ ਬਾਅਦ ਇਹਨੇ ਕੋਲੈਪਸ ਹੋ ਜਾਣਾ, ਔਰ ਹੋ ਗਿਆ। ਤੁਸੀਂ ਵਾਤਾਵਰਨ ਸੰਬੰਧੀ ਦੇਖੋ ਕਿੱਡਾ ਵੱਡਾ ਥ੍ਰੈਟ ਆ, ਕਿੱਡੇ ਵੱਡੇ ਸਾਡੇ ਜ਼ਮੀਨ ਕਿੱਡੀ, ਅਸੀਂ ਕੋਈ ਬਹੁਤ ਸਿਹਤਮੰਦ ਜ਼ਮੀਨ ਥੋੜੀ ਵਾਹੁਣੇ ਆ। ਹੁਣ ਪਾਣੀ ਦੇਖ ਲਓ। ਅੱਛਾ, ਪਾਣੀ ਜਿਹੜੇ ਪਾਣੀ ਨੇ ਸਾਨੂੰ ਬਚਾਉਣਾ ਸੀ ਉਹ ਪਾਣੀ ਅਸੀਂ ਪਹਿਲਾਂ ਹੀ ਖਤਮ ਕਰਤਾ ਟਿਊਬਲਾਂ ਨਾਲ ਖਿੱਚ ਕੇ, ਕਿਉਂਕਿ ਗਲੇਸ਼ੀਅਰ ਗਲੋਬਲ ਵਾਰਮਿੰਗ ਕਰਕੇ ਬਹੁਤ ਤੇਜ਼ੀ ਨਾਲ ਮੈਲਟ ਹੋ ਰਹੇ ਆ। ਜਦੋਂ ਗਲੇਸ਼ੀਅਰ ਮੈਲਟ ਹੋ ਗਏ ਤਾਂ ਦਰਿਆਵਾਂ ਵਾਲਾ ਪਾਣੀ ਤਾਂ ਪਹਿਲਾਂ ਹੀ ਸਾਡੇ ਤੋਂ ਲਈ ਜਾਂਦੇ ਆ, ਇਹ ਜਿਨ੍ਹਾਂ ਤੇ ਅਸੀਂ ਲੜੀ ਜਾਂਦੇ ਆ, ਉਹ ਜਦੋਂ ਮੈਲਟ ਹੋ ਗਏ ਤੇਜ਼ੀ ਨਾਲ, ਤੇ ਗਾਂ ਪਾਣੀ ਕਿਹੜੇ ਨੇ ਬਚਾਉਣਾ ਸੀ, ਗਰਾਊਂਡ ਵਾਟਰ, ਜ਼ਮੀਨ ਦੇ ਹੇਠਲੇ ਪਾਣੀ ਨੇ, ਉਹ ਅਸੀਂ ਟਿਊਬਲ ਚ ਕੱਢ ਕੇ 700 800 900 ਫੁੱਟ ਤੇ ਲੈ ਗਏ, ਝੋਨੇ ਨੂੰ ਲਾ ਕੇ। ਔਰ ਝੋਨਾ ਸਾਡੀ ਫਸਲ ਹੀ ਨਹੀਂ ਸੀ। ਅੱਜ ਝੋਨੇ ਤੋਂ ਬਿਨਾਂ ਕੋਈ ਬੀਜਦਾ ਹੀ ਨਹੀਂ ਆ। ਫਸਲਾਂ ਹੀ ਭੁੱਲ ਗਏ ਵੀ ਹੋਰ ਵੀ ਫਸਲਾਂ ਹੋਣਗੀਆਂ। ਹਾਂ, ਦਿੱਤਾ ਦਿੱਲੀ ਨੇ ਆ, ਉਹੀ ਤਾਂ ਆਪਾਂ ਗੱਲ ਕਰ ਰਹੇ ਹਾਂ। ਸੋ ਪ੍ਰਵਾਸ ਦਾ ਰੀਜ਼ਨ ਇੱਕ ਇਹ ਵੀ ਆ ਵੀ ਸਰਕਾਰ ਕਿਹੜੀਆਂ ਪਾਲਿਸੀਆਂ ਘੜਦੀ ਆ ਤੇ ਉਹਨਾਂ ਪਾਲਿਸੀਆਂ ਦੇ ਇਫੈਕਟ ਕੀ ਹੁੰਦੇ ਆ। ਹੁਣ ਜਦੋਂ ਆਪਾਂ ਸਮੁੱਚਤਾ 'ਚ ਬੈਠ ਕੇ ਮਸਲੇ ਵਿਚਾਰਨੇ ਆ ਤਾਂ ਅਸਲ 'ਚ ਸਾਨੂੰ ਹੁਣ ਜਿਹੜੇ ਨਵੇਂ ਬਿੱਲ ਆਏ ਆ ਇਹਨੇ ਵੀ ਪ੍ਰਵਾਸ ਕਰਾਉਣਾ। ਕਿਸਾਨੀ ਇੱਕ ਬਚੀ ਸੀ ਜਿੱਥੇ ਜਿਹੜੀਆਂ ਵੱਡੀਆਂ ਕਾਰਪੋਰੇਟਾਂ ਇਹਨਾਂ ਦਾ ਕੋਈ ਗਲਬਾ ਨਹੀਂ ਸੀ। ਜਦੋਂ ਕਿਸਾਨੀ 'ਚ ਵੀ ਉਹ ਆ ਗਏ ਤੇ ਜਿਹੜੇ ਕਿਸਾਨ ਪਰਿਵਾਰ ਆ ਜਾਂ ਜਿਹੜੇ ਅੱਜ ਤੱਕ ਨੌਜਵਾਨ ਇਹ ਸੋਚਦੇ ਸੀ ਵੀ ਯਾਰ ਹੋਰ ਨਹੀਂ ਤਾਂ ਖੇਤੀ ਕਰ ਲਾਂਗੇ, ਉਹ ਇਮੋਸ਼ਨ ਵੀ ਟੁੱਟ ਜੂ, ਉਹ ਅਹਿਸਾਸ ਵੀ ਟੁੱਟ ਜੂ, ਹਨਾ। ਤਾਂ ਇਸ ਕਰਕੇ ਇਹ ਸਾਰੀਆਂ ਗੱਲਾਂ ਨੂੰ ਸਾਨੂੰ ਸਮੁੱਚਤਾ 'ਚ ਪ੍ਰਵਾਸ ਨੂੰ, ਨਸ਼ੇ ਨੂੰ, ਬੇਰੁਜ਼ਗਾਰੀ ਨੂੰ, ਕਿਸਾਨੀ ਦੇ ਮਸਲਿਆਂ ਨੂੰ, ਸਾਡੇ ਇਹ ਸਾਰੇ ਇੰਟਰ ਰਿਲੇਟਡ ਆ ਔਰ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਈਚ ਅਦਰ। ਇਹਨਾਂ ਸਾਰਿਆਂ ਨੂੰ ਸਮੁੱਚਤਾ 'ਚ ਵਿਚਾਰ ਕੇ ਫਿਰ ਸਾਨੂੰ ਪ੍ਰਾਇਰਟਾਈਜ਼ ਕਰਕੇ ਹੱਲ ਕਰਨਾ ਪਊਗਾ। ਪਰ ਉਹਦੇ ਖਾਤਰ ਤੁਹਾਡੇ ਕੋਲੇ ਆਪਦੀ ਸਿਆਸਤ, ਆਪਦੇ ਚੰਗੇ ਲੀਡਰ, ਸਮਾਜਿਕ ਲੀਡਰ, ਰਾਜਨੀਤਿਕ ਲੀਡਰ, ਹਨਾ, ਆਪਦੇ ਕੋਲੇ ਆਪਦੇ ਫੈਸਲੇ ਲੈਣ ਦੇ ਹੱਕ। ਆਪਾਂ ਕਿਉਂ ਖੁਦ ਮੁਖਤਿਆਰੀ ਲਈ ਲੜ ਰਹੇ ਹਾਂ? ਇਸੇ ਕਰਕੇ ਲੜ ਰਹੇ ਹਾਂ ਨਾ। ਸੋ ਇੱਕ ਪੂਰਾ ਪਲੇਟਫਾਰਮ ਚਾਹੀਦਾ। ਇਸ ਕਰਕੇ ਇਹ ਸਾਰਾ ਤਾਣਾ ਬਾਣਾ ਲੜਾਈ ਆ ਜਿਹੜੀ ਲੰਬੀ ਜ਼ਰੂਰ ਸਾਨੂੰ ਲੱਗ ਸਕਦੀ ਆ, ਪਰ ਲੜਨੀ ਤਾਂ ਪਊ, ਹਨਾ। ਸੋ ਜਦੋਂ ਅਸੀਂ ਕਹਾਂਗੇ ਵੀ ਲੜਾਈ ਬਹੁਤ ਲੰਬੀ ਆ, ਛੱਡੋ ਪਰਾਂ ਯਾਰ, ਕੁਛ ਨਹੀਂ ਨਿਕਲਦਾ, ਇਹ ਕੋਈ ਬੜੀ ਵਧੀਆ ਗੱਲ ਨਹੀਂ ਹੁੰਦੀ। ਲੰਬੀ ਲੜਾਈ ਲੜਦਾ ਉਹੀ ਆ ਜਿਹਨੇ ਆਪਦੇ ਆਪ ਨੂੰ, ਆਪਦੀ ਹੋਂਦ ਨੂੰ ਬਚਾ ਕੇ ਰੱਖਣਾ ਹੁੰਦਾ। ਅੱਜ ਯਹੂਦੀ, ਉਹਨਾਂ ਦਾ ਇਤਿਹਾਸ ਪੜ੍ਹੋ ਤੁਸੀਂ, ਉਹਨਾਂ ਤੋਂ ਸਮਝੋ ਉਹਨਾਂ ਨਾਲ ਕੀ ਕੁਛ ਹੋਇਆ, ਪਰ ਉਹਨਾਂ ਨੇ ਲੜਾਈਆਂ ਲੜੀਆਂ। ਅੱਜ ਲਿਆਕਤ 'ਚ ਵੀ, ਸਿੱਖਿਆ ਪੱਖੋਂ ਵੀ, ਆਰਥਿਕ ਪੱਖੋਂ ਵੀ, ਟੈਕਨੋਲੋਜੀ ਵੀ, ਖੇਤੀ ਵੀ, ਅੱਛਾ, ਸਭ ਤੋਂ ਅੱਗੇ ਆ। ਔਰ ਇੱਥੋਂ ਤੱਕ ਕਿ ਇਹ ਕਹਿੰਦੇ ਆ ਵੀ ਅਮਰੀਕਨ ਜਿਹੜੀ ਇਕੋਨਮੀ ਆ ਉਹਦੇ ਤੇ ਵੀ ਇਜ਼ਰਾਈਲੀਜ਼ ਆ ਜਿਹੜੇ, ਉਹਨਾਂ ਦਾ ਬਹੁਤ ਵੱਡਾ ਗਲਬਾ। ਉਹਨਾਂ ਤੋਂ ਬਿਨਾਂ ਇੱਕ ਔਰ ਅਮਰੀਕਾ ਦੀ ਜਿਹੜੀ ਆਰਥਿਕਤਾ ਜਾਂ ਇਕੋਨਮੀ ਆ ਉਹ ਨਹੀਂ ਚੱਲ ਸਕਦੀ, ਉਹ ਡਿੱਗ ਪੈਣੀ। ਉੱਥੇ ਜਿਹੜੇ ਵੱਡੇ ਫ੍ਰੀ ਮੇਸਨਸ ਬੈਠੇ ਆ ਨਾ, ਉਹਨਾਂ ਦੇ ਬਹੁਤ ਵੱਡੇ ਲੋਕ ਬੈਠੇ ਆ, ਉਹਨਾਂ ਨੂੰ ਫ੍ਰੀ ਮੇਸਨਸ ਕਹਿੰਦੇ ਆ। ਉਹਨਾਂ ਕੋਲ ਇੰਨਾ ਪੈਸਾ ਵੀ ਉਹ ਅਮਰੀਕਾ ਦੇ ਵੱਡੇ ਇੰਸਟੀਟਿਊਟਸ ਆ, ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਟਸ ਆ, ਬੈਂਕਸ ਆ, ਉਹਨਾਂ ਨੂੰ ਵੀ ਉਹ ਪੈਸਾ ਉਧਾਰ ਦਿੰਦੇ ਆ ਵੀ ਆ ਚੱਕੋ।
ਤੇ ਜਦੋਂ ਉਹ ਪੈਸਾ ਖਿੱਚ ਲੈਂਦੇ ਆ, ਅਮਰੀਕਨ ਇਕਨੋਮੀ ਵੀ ਕੋਲੈਪਸ ਹੋ ਜਾਂਦੀ ਆ, ਕਿਸੇ ਨਾ ਕਿਸੇ ਲੈਵਲ ਤੇ ਜਾ ਕੇ ਸਫਰ ਕਰਦੀ ਆ। ਸੋ ਲੜਾਈ ਲੜਨੀ ਪੈਣੀ ਆ ਮਿੱਤਰੋ, ਇਸ ਲਈ ਤਿਆਰ ਹੋ ਜਾਓ। ਤੇ ਆਪਾਂ ਜੇ ਇੱਥੇ ਬੈਠੇ ਆ ਗੱਲਾਂ ਬਾਤਾਂ ਕਰਦੇ ਆ ਤੇ ਇਹਦੇ ਨਾਲ ਇੱਕ ਬ੍ਰੇਨਸਟਾਰਮਿੰਗ ਹੋ ਜਾਂਦੀ ਆ ਆਪਸ 'ਚ। ਹਾਂਜੀ ਹਾਂਜੀ ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਵਧਾਈ ਹੈ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਆਪਣੇ ਵਿਚਾਰ ਸੁਣ ਰਹੇ ਹੈ ਤੇ ਆਪਣੀ ਰਾਏ ਵੀ ਦੇਖ ਰਹੇ ਹੈ। ਬਹੁਤ ਚੰਗੀ ਗੱਲ ਹੈ। ਹਰੇਕ ਇਨਸਾਨ ਦਾ ਆਪਣਾ ਦਿਮਾਗ ਹੈ, ਆਪਣੀ ਸੋਚਣ ਦੀ ਸ਼ਕਤੀ ਹੈ ਵੀ ਕਿੱਧਰ ਨੂੰ ਬੰਦਾ ਸੋਚਦਾ, ਕਿਆ ਕਿਸ ਤਰੀਕੇ ਨਾਲ ਚੱਲਦਾ। ਔਰ ਅਸੀਂ ਸੋਚਦੇ ਹਾਂ ਹੁਣ ਪੰਜਾਬ ਬਾਰੇ, ਹਾਂਜੀ, ਵੀ ਪੰਜਾਬ ਨੂੰ ਕਿਸ ਤਰ੍ਹਾਂ ਅਸੀਂ ਮਾੜੀ ਮੋਟੀ ਸਪੋਰਟ ਜਿੰਨੀ ਤਿਲ ਫੁੱਲ ਜਿਸ ਤਰ੍ਹਾਂ ਕਰਦੇ ਹਾਂ, ਕਹਿੰਦੇ ਹੁੰਦੇ ਵੀ ਤਿਲੇ ਮਾੜਾ ਜਿਹਾ ਪਾ ਦਿਓ ਵੀ ਚੱਲ ਉਹਦੇ ਨਾਲ ਕੋਈ ਫਾਇਦਾ ਹੋ ਜਾਵੇ, ਡੱਕਾ ਜਿਸ ਤਰ੍ਹਾਂ ਪਾਉਂਦੇ ਬਾਅਦ 'ਚ ਹਾਂਜੀ ਆਪਾਂ ਹਾਂਜੀ ਵੀ ਉਹੀ ਕਰਕੇ। ਮੈਂ ਹੁਣ ਬੈਠੇ ਨੇ ਇਹੀ ਸੋਚਿਆ ਵੀ ਠੀਕ ਹੈ ਤੁਹਾਡੀ ਗੱਲ ਵੀ ਸ਼ਾਂਤਮਈ ਅਸੀਂ ਚੱਲ ਰਹੇ ਹਾਂ। ਹਾਂਜੀ ਬਹੁਤ ਤੁਹਾਡੀ ਗੱਲ ਮੈਂ ਸਹੀ ਮੰਨਦਾ ਹਾਂ ਵੀ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਚੱਲ ਰਿਹਾ, ਵੀ ਸ਼ਾਂਤਮਈ ਤਰੀਕੇ ਨਾਲ ਜੇ ਤਾਂ ਅਸੀਂ ਸਾਲ 2 ਮਹੀਨੇ 5 ਦਿਨ 10 ਦਿਨ 20 ਦਿਨ ਵਿੱਚੇ ਲਾ ਲਓ ਹਾਂਜੀ ਚੱਲਦੇ ਰਹੇ, ਹਾਂਜੀ ਹੋਰ ਪਾਸੇ ਨੂੰ ਡਿੰਗ ਨਾ ਪੱਟੀ, ਹਾਂਜੀ ਫੇਰ ਵੀ ਗੱਲ ਨਹੀਂ ਮੇਰੇ ਖਿਆਲ ਵਿੱਚ ਮੈਨੂੰ ਕੋਈ ਬਿਲਕੁਲ ਜੀ। ਲੱਗਦੀ ਵੀ ਕੰਢੇ ਲੱਗ ਜੇਗੀ ਸਾਡੀ। ਹਾਂਜੀ ਮੈਂ ਇਹੀ ਸੋਚਿਆ ਵੀ ਇਮਾਨਦਾਰ ਬੰਦੇ ਤਾਂ ਹਰੇਕ ਕੌਮ 'ਚ ਹੈਗੇ, ਹਾਂਜੀ ਕੋਈ ਬੜੀ ਗੱਲ ਨਹੀਂ ਹੈ। ਹਾਂਜੀ ਪੰਜਾਬ 'ਚ ਵੀ ਸਾਨੂੰ ਦਿਖ ਰਹੇ ਹੈ, ਹਾਂਜੀ। 30 ਸਾਲ ਤੇ 40 ਤੇ ਅਸੀਂ ਵੀ ਦੇਖ ਰਹੇ ਹਾਂ ਇਮਾਨਦਾਰ ਬੰਦੇ ਹੈਗੇ ਬਹੁਤ, ਲੇਕਿਨ ਉਹਨਾਂ ਨੂੰ ਦਬਾਉਣ ਵਾਸਤੇ ਜਿਹੜੀ ਦੂਈ ਲੌਬੀ ਹੈ ਉਹ ਉਹਨਾਂ ਨੂੰ ਨਿਕਲ ਨਹੀਂ ਦਿੰਦੀ ਵਿੱਚੋਂ। ਹਾਂਜੀ। ਕਹਿਣ ਦਾ ਵੀ ਜੇ ਤੁਸੀਂ ਇਸ ਨੂੰ ਇਹ ਗੇਮ ਨੂੰ ਥੋੜ੍ਹਾ ਜਿਹਾ ਪਕੜ ਲਵੇਂ, ਬੱਚੇ ਯੰਗ ਜਿਹੜਾ ਬਲੱਡ ਹੈ ਉਹਨਾਂ ਨੂੰ ਉਹ ਬੰਦਿਆਂ ਨੂੰ ਇੱਕ ਸਟੇਜ ਤੇ ਕਿਤੇ ਤੁਸੀਂ ਲੈ ਆਵੇਂ, ਚਾਹੇ 50 ਹੈ ਚਾਹੇ 60 ਹੈ ਚਾਹੇ 10 ਹੈ ਚਾਹੇ 20 ਹੈ, ਲੈ ਜੇ ਸੈਂਟਰ ਤੁਹਾਡੇ ਪੈਰਾਂ ਵਿੱਚ ਨਾ ਗਿਰ ਜਾਵੇ ਤਾਂ ਮੈਨੂੰ ਫੜ ਲਿਓ। ਉਹਨਾਂ ਬੰਦਿਆਂ ਨੂੰ ਤੁਸੀਂ ਲਿਆ, ਇਮਾਨਦਾਰਾਂ ਨੂੰ। ਇਹ ਬਹੁਤ ਸ਼ਾਂਤਮਈ ਦਾ ਸੰਘਰਸ਼ ਹੈ, ਮੇਰੀ ਤਾਂ ਇਹੀ ਬੇਨਤੀ ਹਾਂਜੀ। ਹੈ। ਇਹ ਤੇ ਗੌਰ ਕਰਿਓ ਸਾਰੀ ਸੰਗਤ। ਵਾਹਿਗੁਰੂ ਜੀ ਹਾਂਜੀ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਪਹਿਲਾਂ ਆਪਾਂ ਉਧਰ ਉਸ ਗੱਲ ਦਾ ਜਵਾਬ ਦੇ ਦਈਏ ਜੀ, ਉਧਰ ਆ ਜਾਂਦੇ। ਇਹ ਗੱਲ ਜਮਾਂ ਤੁਹਾਡੀ ਠੀਕ ਹੈ ਜੀ ਵੀ ਪੰਜਾਬ ਕੋਲੇ ਇਮਾਨਦਾਰ ਬੰਦੇ ਹੈਗੇ, ਇਮਾਨਦਾਰ ਲੀਡਰ ਵੀ ਹੈਗੇ। ਹਾਂਜੀ, ਸੋ ਇਹਨਾਂ ਨੂੰ ਜੇ ਇਕੱਠੇ ਹੋ ਜਾਣ ਤਾਂ ਬਿਲਕੁਲ ਸਾਡਾ ਕੋਈ ਨਾ ਕੋਈ ਹੱਲ ਨਿਕਲ ਸਕਦਾ, ਕੁਛ ਨਾ ਕੁਛ ਅਸੀਂ ਚੰਗੇ ਪਾਸੇ ਨੂੰ ਤੁਰ ਸਕਦੇ ਹਾਂ। ਪਰ ਸਭ ਤੋਂ ਵੱਡੀ ਗੱਲ ਸਾਡੇ ਸਮਝਣ ਦੀ ਇੱਕ ਜ਼ਰੂਰਤ ਆ, ਇਹ ਜਿਹੜੇ ਲੀਡਰ ਆ ਨਾ ਇਹ ਪਹਿਲਾਂ ਵੀ ਇਕੱਠੇ ਹੁੰਦੇ ਰਹੇ, ਚੋਣਾਂ ਤੋਂ ਪਹਿਲਾਂ ਇਹ ਇਕੱਠੇ ਹੁੰਦੇ ਰਹੇ, ਪਰ ਕਦੇ ਇਹਨਾਂ ਨੂੰ ਸਕਸੈਸ ਨਹੀਂ ਮਿਲੀ, ਕਦੇ ਚੁਣ ਕੇ ਨਹੀਂ ਆਏ। ਕਿਉਂ? ਇਹਦੀ ਵਜ੍ਹਾ ਸਾਹਮਣੇ ਐਂ ਲੱਗਦੀ ਆ ਵੀ ਯਾਰ ਇਹ ਆਪਸ 'ਚ ਲੜ ਪੈਂਦੇ, ਇਹਨਾਂ ਦੀ ਹਉਮੈ ਬਹੁਤ ਵੱਡੀ ਆ। ਇਹ ਤਾਂ ਸਾਹਮਣੇ ਆਮ ਤੌਰ ਤੇ ਆਪਾਂ ਕਹਿਣ ਦੀ ਗੱਲ ਆ, ਪਰ ਇਹਦੇ ਪਿੱਛੇ ਇੱਕ ਹੋਰ ਰੀਜ਼ਨ ਆ, ਉਹਨੂੰ ਆਪਾਂ ਸਮਝਦੇ ਆ ਕਾਰਨ ਇਹ ਆ ਵੀ ਇਹ ਬੰਦੇ ਇਕੱਠੇ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਇਹ ਬੈਠਦੇ ਆ ਵੀ ਸਾਡੇ 'ਚ ਸਾਂਝਾ ਵਿਚਾਰ ਕੀ ਹੋਵੇ, ਵੀ ਅਸੀਂ ਕੋਈ ਇੱਕ ਆਪਦਾ ਵਿਜ਼ਨ ਡਾਕੂਮੈਂਟ ਜਾਂ ਵਿਚਾਰਧਾਰਾ ਤੇ ਗੱਲ ਕਰੀਏ। ਜਦੋਂ ਇਹ ਬੰਦੇ ਕਿਸੇ ਵਿਚਾਰ ਤੇ ਜਾਂ ਵਿਚਾਰਧਾਰਾ ਤੇ ਬਹਿੰਦੇ ਆ, ਉਦੋਂ ਇੱਕ ਪਲੇਟਫਾਰਮ ਤੇ, ਇੱਕ ਪੇਜ ਤੇ ਜਾਂ ਇੱਕ ਥਾਂ ਤੇ ਨਹੀਂ ਆਉਂਦੇ ਜਿੱਥੇ ਸਾਂਝੀ ਸਮਝ ਬਣ ਸਕੇ, ਤੇ ਉਹ ਸਮਝ ਹੀ ਉਸ ਸਮਝ ਕਾਰਨ ਇਹ ਫੇਰ ਨਿਖੜ ਜਾਂਦੇ ਆ। ਚਾਹੀਦਾ ਕੀ ਆ? ਪਹਿਲਾਂ ਵਿਚਾਰ ਤੇ ਬੈਠੋ, ਉਸ ਵਿਚਾਰ ਤੇ ਇੱਕ ਸਾਂਝੀ ਸਮਝ ਪੈਦਾ ਕਰੋ ਤੇ ਫੇਰ ਇਕੱਠੇ ਹੋ, ਫੇਰ ਨਹੀਂ ਨਿਖੜਨਗੇ। ਸੋ ਪ੍ਰੋਸੈਸ ਆਈ ਜਥੇਬੰਦੀਆਂ ਦਾ ਹਾਲ ਆ। ਜਥੇਬੰਦੀਆਂ ਬੰਦੇ ਇਕੱਠੇ ਪਹਿਲਾਂ ਹੋ ਜਾਂਦੇ ਆ, ਬਾਅਦ ਚ ਵਿਚਾਰਧਾਰਾ ਦੀ ਗੱਲ ਕਰਦੇ ਆ, ਵਿਚਾਰਧਾਰਾ ਰਲਦੀ ਨਹੀਂ ਤਾਂ ਇੱਕ ਜਥੇਬੰਦੀ ਚੋਂ ਮੁੜ ਕੇ ਦੂਜੀ ਨਿਕਲੇ ਆਉਂਦੀ ਆ, ਦੂਜੀ ਚੋਂ ਤੀਜੀ ਨਿਕਲੇ ਆਉਂਦੀ ਆ, ਤਾਂ ਹੀ ਤਾਂ 31 ਜਥੇਬੰਦੀਆਂ ਕਿਸਾਨੀ 'ਚ ਦੇਖੋ ਤੁਸੀਂ ਪੈਦਾ ਹੋ ਗਈਆਂ। ਗੱਲ ਇਹੀ ਸੀ, ਜਥੇਬੰਦੀ ਬਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਬੰਦੇ ਇਕੱਠੇ ਕਰ ਲਓ, ਮੈਂਬਰਸ਼ਿਪ ਦੇ ਦਿਓ ਤੇ ਜਥੇਬੰਦੀ ਬਣ ਗਈ। ਪਹਿਲਾਂ ਉਹਨਾਂ ਨੂੰ ਇੱਕ ਵਿਚਾਰਧਾਰਾ ਤੇ ਤਾਂ ਇਕੱਠੇ ਕਰੋ। ਜਦੋਂ ਇੱਕ ਵਿਚਾਰਧਾਰਾ ਤੇ ਜਿਹੜੇ ਇਕੱਠੇ ਹੋ ਗਏ ਫਿਰ ਉਹ ਨਹੀਂ ਹਿੱਲਣਗੇ। ਹੁਣ ਅਗਲੀ ਗੱਲ, ਇਹਨਾਂ ਨੂੰ ਆਪਾਂ ਬਿਲਕੁਲ ਇਹ ਗੱਲ ਹੁਣ ਪਿੱਛੇ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਵੀ ਇਹ ਸਾਰੇ ਬੰਦਿਆਂ ਨੂੰ ਇਕੱਠੇ ਕਰੀਏ, ਪਰ ਇੱਕ ਵਿਚਾਰਧਾਰਾ ਤੇ ਇਕੱਠੇ ਕਰੀਏ ਔਰ ਉਹਨਾਂ ਤੇ ਇੱਕ ਪਹਿਰੇਦਾਰੀ ਧਿਰ ਵੀ ਦੇਈਏ, ਇੱਕ ਕੁੰਡਾ ਲਾਈਏ ਇਹਨਾਂ ਬੰਦਿਆਂ ਤੇ, ਤਾਂ ਕਿ ਇਹ ਬੰਦੇ ਥਿਰਕਣ ਨਾ। ਜਿਹੜਾ ਥਿਰਕੇ ਉਹ ਪਹਿਰੇਦਾਰ ਜਿਹੜੇ ਬੈਠੇ ਆ 10 ਉਹਨਾਂ ਤੇ,
ਉਹ ਸੰਗਤ ਸਾਹਮਣੇ ਉਹਨੂੰ ਬੇਨਕਾਬ ਕਰ ਦੇਣ ਵੀ ਆ ਫਲਾਨਾ ਬੰਦਾ ਦੇਖੋ ਜੀ, ਇਹ ਕਹਿੰਦਾ ਸੀ ਮੈਂ ਪੰਜਾਬ ਖਾਤਰ ਲੜਦਾ, ਇਹ ਤਾਂ ਨਿੱਜ ਖਾਤਰ ਲੜ ਰਿਹਾ। ਸੋ ਇਹ ਪ੍ਰੋਸੈਸ ਆ, ਇਹ ਦੋ ਤਰ੍ਹਾਂ ਹੁੰਦਾ। ਇੱਕ ਤਾਂ ਆਪਾਂ ਆਪਦੀ ਸਮਝ ਦੀ ਅਕੋਰਡਿੰਗਲੀ ਆਪਣੇ ਸਮਝ ਜਿਵੇਂ ਜਿੰਨੀ ਕੁ ਹੈਗੀ ਉਸ ਹਿਸਾਬ ਨਾਲ ਇਹਨਾਂ ਨੂੰ ਇਕੱਠੇ ਕਰ ਦਈਏ। ਆਪਾਂ ਆਪਦੀ ਸਮਝ ਨਾਲ ਇਹਨਾਂ ਨੂੰ ਇਕੱਠੇ ਕਰ ਜਾਂਦੇ ਆ ਤੇ ਆਪਦੀ ਸਮਝ ਨਾਲ ਆਪਾਂ ਸੋਚਦੇ ਆ ਇਹ ਚੱਲਣਗੇ, ਪਰ ਇਹਨਾਂ ਦੀ ਸਮਝ ਆਪਦੀ ਹੁੰਦੀ ਆ, ਉਹ ਫਿਰ ਸਮਝ ਕਿਸੇ ਹੋਰ ਢੰਗ ਨਾਲ ਗਾਂ ਉਹ ਚਲਾਉਂਦੇ ਆ, ਉੱਥੇ ਵੀ ਫਰਕ ਪੈਂਦਾ। ਇਹ ਜਿਹੜੀ ਲੀਡਰਸ਼ਿਪ ਆ ਨਾ, ਇਹ ਜਦੋਂ ਇੱਕ ਵਿਚਾਰਧਾਰਾ ਤੇ ਜਾਂ ਆਪਾਂ ਜਿਵੇਂ ਇੱਥੇ ਬੈਠੇ ਆ, ਇਹ ਤੋਂ ਬਾਅਦ ਇਵੋਲਵ ਹੋਵੇ। ਇਹ ਇਵੋਲਵ ਦਾ ਮਤਲਬ ਆ ਇਹ ਹੌਲੀ ਹੌਲੀ ਵਿਕਸਿਤ ਹੋਵੇ। ਇੱਥੇ ਸਾਨੂੰ ਹੁਣ ਸ਼ੰਭੂ ਤੋਂ ਜਿੰਨੇ ਬੁਲਾਰੇ ਨੇ ਬੋਲਿਆ ਜਾਂ ਜਿੰਨੇ ਬੰਦੇ ਸੇਵਾ ਕਰਨ ਆਉਂਦੇ ਆ, ਉਹਨਾਂ ਤੋਂ ਇਹ ਸਮਝ, ਜਾਂ ਹੋਰ ਵੀ ਕਿਸਾਨ ਮੋਰਚਿਆਂ 'ਚੋਂ ਸਾਨੂੰ ਬਹੁਤ ਲੀਡਰ ਮਿਲਣਗੇ ਇਸ ਸੰਘਰਸ਼ 'ਚੋਂ, ਜਿਹੜੇ ਮੇਨ ਸਟਰੀਮ ਪੋਲੀਟਿਕਸ ਜਿਵੇਂ ਆਪਾਂ ਕਹਿੰਦੇ ਆ ਰਾਜਨੀਤੀ ਚਾਹੁੰਦੇ, ਵੋਟਾਂ ਵਾਲੀ ਰਾਜਨੀਤੀ ਆਉਣਾ ਚਾਹੁੰਦੇ ਹੋਣਗੇ, ਤੇ ਕੁਛ ਇਹ ਬੰਦੇ ਵੀ ਹੋਣਗੇ ਜਿਹੜੇ ਕਹਿਣਗੇ ਸਾਨੂੰ ਵੋਟਾਂ ਤੋਂ ਕੋਈ ਮਤਲਬ ਨਹੀਂ। ਜਿਵੇਂ ਮੈਂ ਕਹਿੰਦਾ ਮੈਨੂੰ ਵੋਟਾਂ ਵਾਲੀ ਰਾਜਨੀਤੀ ਤੋਂ ਕੋਈ ਮਤਲਬ ਨਹੀਂ, ਅਸੀਂ ਪਹਿਰੇਦਾਰੀ ਵਾਲੇ ਪਾਸੇ ਖੜੇ ਹੋਵਾਂਗੇ। ਕੱਲ ਨੂੰ ਕਿਤੇ ਮੋਰਚੇ ਲਾਉਣੇ ਆ, ਉੱਥੇ ਫੇਰ ਬੈਠੇ ਹੋਵਾਂਗੇ, ਅਸੀਂ ਪਹਿਰੇਦਾਰੀ ਕਰਾਂਗੇ, ਅਸੀਂ ਵੋਟਾਂ ਨਹੀਂ ਲੜਨੀਆਂ, MLA MP ਨਹੀਂ ਬਣਨਾ ਹੈ। ਸੋ ਇਸ ਕਰਕੇ ਕੋਈ ਇਹ ਬੰਦੇ ਵੀ ਮਿਲਣਗੇ। ਅੱਛਾ, ਉਹ ਮਾੜੀ ਗੱਲ ਨਹੀਂ ਆ ਜੇ ਕੋਈ ਬੰਦਾ ਕਹੇ ਮੈਂ ਚੋਣਾਂ ਲੜਨੀਆਂ ਤੇ ਪੰਜਾਬ ਖਾਤਰ ਕੰਮ ਕਰਨਾ, ਕਿਉਂ ਨਹੀਂ, ਲੜੋ, ਅਸੀਂ ਤੁਹਾਡੇ ਨਾਲ ਖੜੇ ਆ, ਕਰੋ ਪੰਜਾਬ ਖਾਤਰ ਕੰਮ, ਕਰੋ ਤਿਆਗ, ਰੱਖੋ ਜਜ਼ਬਾ, ਉਹ ਅਸੀਂ ਨਾਲ ਖੜੇ ਆ ਫਿਰ ਤੁਹਾਡੇ। ਹੁਣ ਹਾਂਜੀ, ਨਹੀਂ ਚੋਰ ਤਾਂ ਹੀ ਤਾਂ ਆਪਾਂ ਉਹਨਾਂ ਤੇ ਪਹਿਰਾਦਾਰੀ ਸਿਸਟਮ ਲਾਵਾਂਗੇ ਨਾ, ਤਾਂ ਕਿ ਉਹ ਚੋਰ ਨਾ ਬਣਨ, ਤੇ ਜਿਹੜਾ ਚੋਰ ਬਣੇ ਉਹਦੇ ਆਪਾਂ ਬੇਨਕਾਬ ਕਰੀਏ, ਉਹਦੇ ਕੱਪੜੇ ਲਾਵਾਂਗੇ ਫਿਰ, ਹਨਾ। ਸੋ ਇਸ ਕਰਕੇ ਜਿਹੜਾ ਆਪਾਂ ਹੁਣ ਸਿਸਟਮ ਉਸਾਰਨਾ, ਇਹਨੂੰ ਇਵੋਲਵ ਹੋਣ ਦਈਏ। ਇਹਨੂੰ ਥੋੜੀ ਦੇਰ ਅਸੀਂ ਬਹੁਤ ਕਾਹਲੀ ਕਰ ਜਾਂਦੇ ਆ, ਸੰਘਰਸ਼ ਚੋਂ ਹੀ ਨਿਕਲੂਗੀ ਇਹ ਗੱਲ। ਪਹਿਲਾਂ ਸਮਾਜਿਕ ਧਿਰ ਖੜੀ ਕਰੀਏ, ਔਰ ਸਮਾਜਿਕ ਧਿਰ ਜਦੋਂ ਖੜੀ ਕਰਤੀ, ਉਹਦਾ ਬਾਏ ਪ੍ਰੋਡਕਟ ਆਪੇ ਹੀ ਰਾਜਨੀਤਿਕ ਧਿਰ ਨਿਕਲ ਆਉਣੀ ਆ। ਹਾਂਜੀ, ਪਹਿਲਾਂ ਤਾਂ ਉਹ ਰੂਹਾਂ ਲੱਭੀਏ ਜਿਹੜੀਆਂ ਕਹਿੰਦੀਆਂ ਅਸੀਂ ਕਿਸੇ ਵੋਟਾਂ ਤਾਂ ਹੀ ਸਾਨੂੰ ਕੋਈ ਮਤਲਬ ਨਹੀਂ, ਅਸੀਂ ਇੱਕ ਸਾਰਥਕ ਸਮਾਜ ਸਿਰਜਣਾ, ਜਿਹੜਾ ਸਰਕਾਰਾਂ ਦਾ ਕੰਮ ਹੁੰਦਾ, ਜਿਹੜੇ ਸਾਡੇ ਤੇ ਰੂਲ ਕਰ ਰਹੇ ਆ ਉਹਨਾਂ ਦਾ ਕੰਮ ਹੁੰਦਾ, ਪਰ ਉਹ ਤਾਂ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਏ। ਸੋ ਇਸ ਕਰਕੇ ਹੁਣ ਇੱਕ ਵਾਰੀ ਆਪਾਂ ਇਸ ਸੰਘਰਸ਼ 'ਚ ਇਹ ਚੀਜ਼ਾਂ ਇਵੋਲਵ ਹੋਣ ਦਈਏ। ਹਾਂਜੀ, ਨਵੇਂ ਸਮਾਜ ਦੀ ਸਿਰਜਣਾ ਕਰੀਏ, ਕਿਰਦਾਰਾਂ ਤੇ ਕੰਮ ਹੋਵੇ, ਕਿਰਦਾਰ ਚੰਗੇ ਸਿਰਜੀਏ, ਕਿਰਦਾਰ ਚੰਗੇ ਹੋਣਗੇ ਤਾਂ ਚੰਗੇ ਆਗੂ ਮਿਲ ਜਾਣਗੇ ਸਾਨੂੰ। ਹਾਂਜੀ, ਬਿਲਕੁਲ, ਪੰਜਾਬ 'ਚ ਕੋਈ ਘਾਟ ਨਹੀਂ। ਬਾਈ ਤੁਸੀਂ ਕੀ ਕਹਿੰਦੇ ਸੀ ਜੀ? ਮੈਂ ਤਾਂ ਇਹ ਕਹਿਣਾ ਹੈ ਜੀ ਵੀ ਬੰਦੇ ਨਾ ਇਮਾਨਦਾਰ ਬੰਦੇ ਚਾਹੀਦੇ, ਹਰ ਇੱਕ ਬੰਦੇ ਨੂੰ ਨਾ। ਉਰੇ ਦੇਖੋ 31 ਪਾਰਟੀਆਂ ਕਿਉਂ ਬਣੀਆਂ ਵੀ ਐ, 31 ਪਾਰਟੀਆਂ, ਹਰੇਕ ਕਹਿੰਦਾ ਵੀ ਮੈਂ ਹੋਵਾਂ ਅੱਗੇ, ਸਭ ਦੇ ਆਪਣੇ ਆਪਣੇ ਅਲੱਗ-ਅਲੱਗ ਰਸਤੇ ਆ, ਯਾਨੀ ਆਪਣੀ ਚਲਾਉਣੀ ਚਾਹੁੰਦਾ ਹਰ ਇੱਕ। ਹਾਂਜੀ, ਬਾਕੀ ਆ ਗਈ ਗੱਲ ਇਹਦੀ, ਆਪਣਾ ਇਹ ਕਾਂਗਰਸ ਨੇ ਔਰ ਅਕਾਲੀਆਂ ਨੇ ਸਭ ਉੱਥੇ ਸੈਂਟਰ ਨਾਲ ਮਿਲ ਕੇ ਸਾਰਾ ਕੁਝ ਤੁਹਾਨੂੰ ਪਤਾ ਹੀ ਆ, ਤੁਹਾਨੂੰ ਇਹਨਾਂ ਨੇ ਬੇੜਾ ਗਰਕ ਕਰਿਆ ਵਾ। ਜਾਨੀ ਬੰਦੇ ਉਹ ਚਾਹੀਦੇ ਮਾਰ ਜਿਹੜਾ ਕਿਸੇ ਪਾਸੇ ਤੋਂ ਪੀਪੀਕੇ ਨਾ। ਨਹੀਂ ਜੀ, ਇਸ ਕਰਕੇ ਹੀ ਦੇਖੋ, ਜਦੋਂ ਆਪਾਂ ਪਹਿਰਾਦਾਰੀ ਸਿਸਟਮ ਦੀ ਗੱਲ ਕਰਦੇ ਆ ਨਾ, ਫਿਰ ਵਿਕਣ ਵਾਲਾ ਕਲੈਕਟਿਵ ਲੀਡਰਸ਼ਿਪ ਚਲਾਉਣੀ ਕਿਹਨੇ ਆ? ਉਹ ਲੀਡਰਸ਼ਿਪ ਪੰਚਾਇਤ ਨੇ ਚਲਾਉਣੀ ਆ, ਜਿਹੜੀ ਪਿੱਛੇ ਪੰਚਾਇਤ ਬੈਠੀ ਆ। ਜਦੋਂ ਫੈਸਲੇ ਪੰਚਾਇਤ ਕਰੂਗੀ, ਉਹਨਾਂ ਨੇ ਤਾਂ ਸਿਰਫ ਅੱਗੇ ਜਾ ਕੇ ਲੋਕਾਂ ਨੂੰ ਦੱਸਣਾ, ਔਰ ਉਹ ਪੰਚਾਇਤ ਉਹ ਚਾਹੀਦੀ ਆ ਜਿਨ੍ਹਾਂ ਨੂੰ ਕੋਈ ਅਹੁਦਿਆਂ ਤਾਈਂ ਕੋਈ ਸਰੋਕਾਰ ਨਹੀਂ, ਕੋਈ ਚੋਣਾਂ ਨਹੀਂ ਲੜਨੀਆਂ, ਉਹਨਾਂ ਨੇ ਸਿਰਫ ਪੰਜਾਬ ਖਾਤਰ ਕੰਮ ਕਰਨਾ, ਵੀ ਅਸੀਂ ਆਪਦੇ ਲੋਕਾਂ ਖਾਤਰ ਕੰਮ ਕਰਨਾ। ਜਦੋਂ ਉਹ ਜੀ ਪੰਚਾਇਤ ਬੈਠੀ ਹੋਊਗੀ ਪਿੱਛੇ, ਫਿਰ ਵਿਕਣ ਨਾ ਵਿਕਣ ਵਾਲੀਆਂ ਗੱਲਾਂ ਖਤਮ ਹੋ ਜਾਂਦੀਆਂ। ਜਿਹੜਾ ਵਿਕੂਗਾ ਉਹਨੂੰ ਪਤਾ ਵੀ ਮੈਂ ਬੇਨਕਾਬ ਹੋ ਜਾਊਂਗਾ, ਮੇਰੇ ਕੱਪੜੇ ਲਾ ਦੇਣਗੇ, ਤੇ ਮੇਰੀ ਇਸ ਤੋਂ ਬਾਅਦ ਸੋਸ਼ਲ ਤੇ ਪੋਲੀਟੀਕਲ ਕੈਰੀਅਰ ਦੋਨੇ ਖਤਮ ਆ। ਸਮਾਜ 'ਚ ਮੈਂ ਮੂੰਹ ਦਿਖਾਉਣ ਜੋਗਾ ਨਹੀਂ, ਤੇ ਰਾਜਨੀਤੀ ਜਿਹੜਾ ਮੇਰਾ ਕੈਰੀਅਰ ਆ ਉਹ ਵੀ ਖਤਮ ਆ। ਜਿੱਥੋਂ ਤੱਕ ਰਹੀ ਕਾਂਗਰਸ ਦੀ ਜਾਂ ਅਕਾਲੀ ਦਲ ਦੀ ਗੱਲ, ਜਾਂ BJP ਦੀ ਜਾਂ ਆਪ ਦੀ, ਜਿਹੜੀ ਪਾਰਟੀ ਜਿਹੜਾ ਬੰਦਾ ਦਿੱਲੀ ਤੋਂ ਚੱਲਦਾ, ਉਹ ਪੰਜਾਬ ਦਾ ਕਦੇ ਨਹੀਂ ਹੋ ਸਕਦਾ। ਇਹ ਗੱਲ ਤਾਂ ਤੁਸੀਂ ਪੱਲੇ ਹੀ ਬੰਨ੍ਹ ਲਓ। ਹੁਣ ਜਿਹੜਾ ਕੋਈ ਸੰਚਾਲਨ ਦਿੱਲੀ ਤੋਂ ਹੁੰਦਾ, ਉਹ ਪੰਜਾਬ ਦਾ ਨਹੀਂ ਹੋ ਸਕਦਾ।
ਇਹ ਤਾਂ ਹੁਣ ਜਿਵੇਂ ਆਪਾਂ ਕਹਿ ਦਈਏ ਵੀ ਇੱਕ ਵਾਰੀ ਤਾਂ ਲਕੀਰ ਹੀ ਖਿੱਚ ਦਈਏ, ਜਦੋਂ ਤੱਕ ਕੋਈ ਚਮਤਕਾਰ ਨਾ ਹੋ ਜੇ, ਚਮਤਕਾਰ ਨਾ ਹੋ ਜੇ ਤੇ ਦਿੱਲੀ ਵਾਲਿਆਂ ਨੂੰ ਬੈਠਿਆਂ ਨੂੰ ਆਏ ਨਾ ਲੱਗੇ ਵੀ ਯਾਰ ਅਸੀਂ ਤਾਂ ਬੜਾ ਵੱਡਾ ਧੱਕਾ ਕਰੀ ਜਾਂਦੇ ਆ। ਸਾਨੂੰ ਇਹਨਾਂ ਦੇ ਹੱਕ ਵੀ ਦੇਣੇ ਚਾਹੀਦੇ ਆ, ਇਹਨਾਂ ਦੀ ਕੌਮੀਅਤ ਨੂੰ ਵੀ ਮਾਣ ਸਨਮਾਨ ਦੇਣਾ ਚਾਹੀਦਾ। ਤੇ ਪੰਜਾਬ ਇਸ ਟਾਈਮ ਲਹੂ ਲਹਾਨ ਹੋਇਆ ਪਿਆ ਹੈ, ਅੰਦਰੋਂ ਬਿਲਕੁਲ ਜ਼ਖਮੀ ਹੋਇਆ ਬੈਠਾ ਹੈ, ਇਹਨੂੰ ਸਾਂਭਣਾ ਪੈਣਾ ਹੈ। ਉਹ ਸਾਂਭਣਾ ਹੁਣ ਸਾਰੇ ਭਰਾ ਹੁਣ ਤੁਸੀਂ ਕਰੋ ਗੱਲਾਂ ਇਹ ਤੋਂ ਬਾਅਦ। ਇੱਕ ਮੈਂ ਜਿਹੜੀ ਤੁਸੀਂ ਗੱਲ ਕਰੀ ਆ ਪਹਿਰੇਦਾਰੀ ਵਾਲੀ, ਇਹਦੇ 'ਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਚੋਣਾਂ ਦੇ ਸਿਸਟਮ ਤੋਂ ਤੁਸੀਂ ਕਿਹਾ ਵੀ ਅਸੀਂ ਬਾਹਰ ਰਹਿਣਾ। ਭਾਈ ਦਲਜੀਤ ਸਿੰਘ ਬਿੱਟੂ ਨੇ ਇਸ ਕੌਮ ਵਾਸਤੇ ਬੜਾ ਸੰਘਰਸ਼ ਲੜਿਆ, ਬੜਾ ਕੁਛ ਕੀਤਾ। ਉਹਨੇ ਆ ਕੇ ਜਥੇਬੰਦੀ ਵੀ ਬਣਾਈ, ਉਸ ਵੇਲੇ ਵੀ ਸਟੇਟ ਨੇ ਉਹਦੇ 'ਤੇ ਪਰਚੇ ਦਰਜ ਕਰ ਕਰਕੇ ਉਹਦੇ ਸਾਥੀਆਂ 'ਤੇ, ਜਿਹਦੇ ਵਿੱਚ ਅਸੀਂ ਵੀ ਸਾਰੇ ਸ਼ਾਮਲ ਹੈ। ਮਨਤੀਰ ਸਿੰਘ ਹੁਣੀ ਨੇ, ਮੰਝਪੁਰ ਹੁਣੀ ਨੇ ਕੰਨਾਂ ਨੂੰ ਹੱਥ ਲਵਾ ਤੇ ਆਪਦੇ ਘਰੇ ਬੈਠ ਕੇ ਕੌਮ ਦੀ ਕੰਮ ਕਰਨ ਲੱਗੇ। ਪਰ ਜੇ ਪਹਿਰੇਦਾਰੀ ਵਾਲਾ ਸਿਸਟਮ ਲਾਂਗੇ, ਉਹ ਚੋਣਾਂ ਤਾਂ ਨਹੀਂ ਉਹ ਬੰਦੇ ਲੜਦੇ। ਤਾਂ ਭਾਈ ਦਲਜੀਤ ਸਿੰਘ ਬਿੱਟੂ, ਰਣਜੀਤ ਸਿੰਘ ਕੁੱਕੀ ਹੁਣੀ ਇੰਨੇ ਵਧੀਆ ਬੰਦੇ ਨੇ, ਪੜ੍ਹੇ ਲਿਖੇ ਨੇ, ਹੋਰ ਬੜੇ ਉਹ ਨੇ ਜਿਹੜੇ ਚੋਣਾਂ ਤੋਂ ਦੂਰ ਰਹਿਣਾ ਚਾਹੁੰਦੇ ਨੇ। ਇਸ ਗੰਦੇ ਸਟੇਟ ਦਾ ਜਿਹੜਾ ਹਿੱਸਾ ਦਿੱਲੀ ਦਾ ਉਹ ਬਣਨਾ ਨਹੀਂ ਚਾਹੁੰਦੇ। ਇਹੋ ਜਿਹੇ ਬੰਦਿਆਂ ਨੂੰ ਮੇਰੀ ਤੁਹਾਨੂੰ ਬੇਨਤੀ ਹੈ, ਮੈਂ ਨਾਲ ਵੀ ਜਾਣ ਨੂੰ ਤਿਆਰ ਹਾਂ ਕਿ ਉਹਨਾਂ ਨੂੰ ਆਪਾਂ ਘਰਾਂ 'ਚੋਂ ਲੈ ਕੇ ਆਈਏ ਵੀ ਤੁਸੀਂ ਚੋਣਾਂ ਨਹੀਂ ਲੜਨੀਆਂ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਆਹ ਪਹਿਰੇਦਾਰੀ ਕਰਨੀ ਹੈ। ਜਿਹੜਾ ਚੋਰ ਰਾਜਨੀਤੀ 'ਚ ਆ ਕੇ ਠੱਗੀਆਂ ਚੋਰੀਆਂ ਕਰੂਗਾ ਆਪਣੀ ਜਾਇਦਾਦ, ਜਿੱਦਣ ਉਹਨੂੰ ਰਾਜਨੀਤੀ 'ਚ ਲੈ ਕੇ ਆਉਣਾ, ਉਹਦੀ ਪੂਰੀ ਜਾਇਦਾਦ ਦੇ ਵੇਰਵੇ ਲਓ। ਜੇ ਉਹਦੀ ਜਾਇਦਾਦ ਦਾ ਵਾਧਾ ਹੁੰਦਾ, ਜਦੇ ਉਹਨੂੰ ਨੰਗਾ ਕਰੋ ਲੋਕਾਂ ਸਾਹਮਣੇ। ਹਾਂਜੀ ਬਿਲਕੁਲ। ਪੰਜਾਬ ਪ੍ਰਤੀ ਸਮਰਪਿਤ ਜਿਹੜੇ, ਚਾਹੇ ਝਾੜੂ ਵਾਲੇ ਨੇ, ਚਾਹੇ ਅਕਾਲੀ ਨੇ, ਚਾਹੇ ਕਾਂਗਰਸੀ ਨੇ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਜਿਹੜਾ ਦਿੱਲੀ ਤੋਂ ਆਊਗਾ ਉਹ ਕਦੇ ਪੰਜਾਬ ਦਾ ਨਾ ਹੋਇਆ ਤੇ ਨਾ ਉਹਨੇ ਕਦੇ ਹੋਣਾ। ਭਾਈ ਅਮਰੀਕ ਸਿੰਘ ਨੂੰ ਵੀ ਸੰਤ ਜਰਨੈਲ ਸਿੰਘ ਚੀਫ ਮਿਨਿਸਟਰ ਬਣਾ ਸਕਦਾ ਸੀ ਜੇ ਉਹ ਦਿੱਲੀ ਦਾ ਹੱਥ ਠੋਕਾ ਬਣ ਜਾਂਦਾ। ਉਹ ਬਣਿਆ ਨਹੀਂ, ਉਹਨੂੰ ਸ਼ਹਾਦਤ ਦੇਣੀ ਪਈ। ਇਸ ਲਈ ਦਿੱਲੀ ਤੋਂ ਨਾ, ਅਸੀਂ ਤਾਂ ਜਿੱਦੇ ਜੰਮੇ ਅਸੀਂ ਤਾਂ ਦਿੱਲੀ ਤੋਂ ਕੋਈ ਆਸ ਰੱਖੀ ਹੋ ਨਹੀਂ, ਹੁਣ ਵੀ ਆਸ ਰੱਖਣ ਦੀ ਲੋੜ ਨਹੀਂ। ਇੱਕ ਬਿਲਕੁਲ ਇਮਾਨਦਾਰ ਪਹਿਰੇਦਾਰੀ ਸਿਸਟਮ ਬਣਾ ਕੇ ਸਾਫ਼ ਸੁਥਰੀ ਰਾਜਨੀਤੀ ਲੋਕਾਂ ਦੇ ਸਾਹਮਣੇ ਲੈ ਕੇ ਆਓ। ਨਹੀਂ ਬਿਲਕੁਲ ਬਿਲਕੁਲ ਲੈ ਕੇ ਆਵਾਂਗੇ ਜੀ। ਇਹ ਆਪਾਂ ਇਸ ਤੇ ਪੰਜਾਬ ਖਾਤਰ ਜੋ ਜੋ ਕਰਨਾ ਪਿਆ ਅਸੀਂ ਕਰਾਂਗੇ, ਇਕੱਠੇ ਹੋ ਕੇ ਆਪਾਂ ਕਰਨਾ। ਬਸ ਆ ਮੁੰਡੇ ਦਾ ਬਾਈ ਜੀ ਤੁਹਾਡੇ ਤੇ ਬਾਈ ਜੀ ਤੁਹਾਡੇ ਤੇ ਪ੍ਰੋਪੇਗੈਂਡਾ ਹੋ ਰਿਹਾ ਹੈ, ਜਿਹੜਾ ਤੁਹਾਡੇ ਪਰਸਨਲੀ, ਕਿ ਇਹ ਸਿਰਫ ਤੇ ਸਿਰਫ ਸਿਆਸਤ ਕੱਢਣਾ ਚਾਹੁੰਦੇ ਆ। ਹਾਂਜੀ ਇਹ ਪ੍ਰੋਪੇਗੈਂਡਾ ਸਾਰੇ ਪੰਜਾਬ 'ਚ ਚੱਲ ਰਿਹਾ। ਹਾਂਜੀ। ਤੇ ਬਾਹਰ ਦੋਸਤਾਂ ਨਾਲ ਗੱਲ ਹੁੰਦੀ ਹੈ, ਉੱਥੇ ਤਾਂ ਹੈ ਹੀ ਹੈ। ਮਤਲਬ ਇਹ ਇਸ ਟਾਈਮ ਨੋਸ਼ਨ ਬਣਾ ਦਿੱਤਾ ਗਿਆ ਸੈਂਟਰ ਵੱਲੋਂ। ਠੀਕ ਹੈ ਜੀ। ਠੀਕ ਹੈ ਜੀ। ਇਹਦਾ ਤੋੜ ਕੀ ਹੈ ਤੁਹਾਡੇ ਕੋਲੇ? ਤੁਸੀਂ ਕਰ ਸਕਦੇ ਹੋ ਸੰਗਤਾਂ ਨਾਲ ਸ਼ੇਅਰ, ਜਾਂ ਈਵਨ ਟੁਮਾਰੋ, ਡੇ ਆਫਟਰ ਟੁਮਾਰੋ, ਬਟ ਥਿੰਕ ਅਬਾਊਟ ਇਟ ਇਫ ਯੂ ਡੋਂਟ ਹੈਵ ਰਾਈਟ। ਨਹੀਂ ਇਹ ਕੋਈ ਗੱਲ ਨਹੀਂ ਆ। ਦੇਖੋ ਗੱਲ ਪਤਾ ਕੀ ਹੁੰਦੀ ਆ, ਅੱਜ ਜਿੱਥੇ ਅਸੀਂ ਬਹਿ ਗਏ ਆ ਨਾ, ਇੱਕ ਪੰਜਾਬ 'ਚ ਖਲਾਅ ਪੈਦਾ ਹੋ ਰੱਖਿਆ। ਪੰਜਾਬ 'ਚ ਖਲਾਅ ਇਹ ਪੈਦਾ ਹੋ ਰੱਖਿਆ ਵੀ ਪੰਜਾਬ 'ਚ ਸਿਆਸਤਦਾਨ ਡਿਸਕ੍ਰੈਡਿਟ ਹੋ ਗਏ। ਡਿਸਕ੍ਰੈਡਿਟ ਦਾ ਮਤਲਬ ਤੁਸੀਂ ਸਮਝਦੇ ਹੋ ਵੀ ਉਹਨਾਂ ਤੇ ਕਿਸੇ ਨੂੰ ਕੋਈ ਵਿਸ਼ਵਾਸ ਹੀ ਨਹੀਂ ਰਿਹਾ। ਪੰਜਾਬ 'ਚ ਕੋਈ ਧਾਰਮਿਕ ਲੀਡਰ ਆ, ਉਹ ਡਿਸਕ੍ਰੈਡਿਟ ਹੋਏ ਬੈਠੇ ਆ, ਉਹਨਾਂ ਤੇ ਵੀ ਕੋਈ ਵਿਸ਼ਵਾਸ ਨਹੀਂ ਰਿਹਾ, ਜਿਹੜੇ ਜਥੇਬੰਦੀਆਂ ਦੇ ਆਗੂ ਆ। ਠੀਕ ਆ, ਇੱਥੋਂ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਆ, ਉਹਨਾਂ ਤੇ ਵੀ ਸਵਾਲ ਉੱਠਦੇ ਆ। ਹੁਣ ਸਮਾਜਿਕ ਕੋਈ ਲੀਡਰ ਮੈਨੂੰ ਦਿਖਾ ਦਿਓ ਜਿਹਦੇ ਤੇ ਲੋਕ ਵਿਸ਼ਵਾਸ ਕਰ ਸਕਣ। ਸੋ ਐਡੀ ਵੱਡੀ ਜਦੋਂ ਤੁਸੀਂ ਕ੍ਰੈਡੀਬਿਲਿਟੀ ਲੂਜ਼ ਕਰਦਾ ਕੋਈ ਸਮਾਜ, ਲੋਕ, ਉਹਦੇ ਆਗੂ, ਉਹਦੇ ਲੀਡਰ, ਕ੍ਰੈਡੀਬਿਲਿਟੀ ਲੂਜ਼ ਹੋ ਗਈ ਨਾ, ਤਾਂ ਅੱਜ ਸਭ ਤੋਂ ਵੱਡੀ ਦੌਲਤ ਕੀ ਬਣੀ ਹੋਈ ਆ, ਇਹ ਗੱਲ ਨੂੰ ਸਮਝਦੇ ਆ। ਦੌਲਤ ਸਭ ਤੋਂ ਵੱਡੀ ਇਹ ਆ ਵੀ ਉਹਨਾਂ ਨੂੰ ਪਤਾ ਵੀ ਪੈਸਾ ਪੂਸਾ ਛੱਡੋ ਯਾਰ, ਕੋਈ ਜਾਇਦਾਦਾਂ ਛੱਡੋ, ਕ੍ਰੈਡੀਬਿਲਿਟੀ ਕਿਵੇਂ ਅਸੀਂ ਵਾਪਸ ਖੜੀ ਕਰੀਏ ਆਪਦੀ। ਸਭ ਤੋਂ ਵੱਡੀ ਦੌਲਤ ਬਣ ਗਈ ਅੱਜ ਦੀ ਡੇਟ 'ਚ ਕ੍ਰੈਡੀਬਿਲਿਟੀ। ਅੱਛਾ, ਜਿਹੜੇ ਆਪਣੇ ਵਰਗੇ ਦੋ ਚਾਰ ਬੰਦੇ ਸੱਚ ਤੇ ਖੜੇ ਆ, ਜਿਹੜੇ ਇਹ ਗੱਲ ਕਰ ਰਹੇ ਆ ਵੀ ਆਪਾਂ ਸਿਆਸਤ, ਮੇਨ ਸਟ੍ਰੀਮ ਪੋਲਿਟਿਕਸ ਤਾਂ ਕਰਨੀ ਨਹੀਂ। ਜਦੋਂ ਇਹੀ ਗੱਲ ਮੈਂ ਕਹਿਤੀ ਤੇ ਮੇਰਾ ਤਾਂ ਪੋਲੀਟੀਕਲ ਵੀ ਆਪਾਂ ਪਲੇਟਫਾਰਮ ਤਿਆਰ ਕਰ ਰਹੇ ਹਾਂ, ਉਹ ਤਾਂ ਖਤਮ ਹੋ ਗਈ ਨਾ ਗੱਲ। ਵੀ ਮੈਂ ਕੋਈ MLA ਲੜਾਂ ਜਾਂ MP ਲੜਾਂ ਜਾਂ ਕੋਈ ਅਹੁਦਾ ਮੰਨ,
ਸਰਕਾਰ 'ਚ ਮੈਂ ਕਹਿੰਦਾ ਮੈਨੂੰ ਕੋਈ ਆਉਂਦਾ ਹੀ ਨਹੀਂ ਚਾਹੀਦਾ ਯਾਰ, ਔਰ ਮੇਰੇ 'ਚ ਟੈਂਪਰਾਮੈਂਟ ਹੀ ਹੈ ਨਹੀਂ। ਮੈਂ ਤਾਂ ਲੋਕਾਂ ਦੇ ਗਲਾਂ ਪੈਣ ਤੱਕ ਜਾਊਂਗਾ ਜੇ ਵੋਟਾਂ 'ਚ ਖੜੇ ਹੋ ਗਏ ਤਾਂ, ਜੇ ਇਹੋ ਜਿਹੀਆਂ ਗੱਲਾਂ ਹੀ ਕਰਦੇ ਆ। ਸੋ ਆਪਣੇ ਕੋਲੇ ਜੇ ਟੈਂਪਰਾਮੈਂਟ ਹੀ ਹੈ ਨਹੀਂ ਤਾਂ ਆਪਾਂ ਕਹਿੰਦੇ ਆ ਵੀ ਨਹੀਂ, ਇਹ ਕੰਮ ਨਹੀਂ ਅਸੀਂ ਕਰ ਸਕਦੇ। ਅਸੀਂ ਤਾਂ ਸੰਘਰਸ਼ ਕਰ ਸਕਦੇ ਹਾਂ, ਸੰਘਰਸ਼ ਵਾਲੀ ਜਿਹੜੀ ਲੀਹ ਆ ਉਹਦੇ ਤੇ ਤੁਰਾਂਗੇ। ਪਰ ਅਗਲੀ ਗੱਲ, ਜਦੋਂ ਕ੍ਰੈਡੀਬਿਲਿਟੀ ਲੂਜ਼ ਹੋਈ ਪਈ ਆ ਤਾਂ ਜਿਹੜਾ ਕੋਈ ਮਾੜਾ ਮੋਟਾ ਬੰਦਾ ਸੱਚ ਤੇ ਖੜਾ, ਜਿਹੜਾ ਮਾੜਾ ਮੋਟਾ ਸੱਚ ਦੀ ਗੱਲ ਕਰਦਾ, ਹੱਕ ਦੀ ਗੱਲ ਕਰਦਾ, ਉਹਨੂੰ ਫਿਰ ਪਹਿਲਾਂ ਤਾਂ ਖਰੀਦਣਗੇ, ਉਹਨੂੰ ਡਰਾਉਣਗੇ ਵੀ। ਜੇ ਉਹ ਨਹੀਂ ਡਰਦਾ ਤੇ ਨਹੀਂ ਖਰੀਦਿਆ ਜਾਂਦਾ ਤੇ ਉਹਨੂੰ ਬਦਨਾਮ ਕਰ ਦਿਓ। ਸਭ ਤੋਂ ਸੌਖਾ ਢੰਗ ਆ, ਬਦਨਾਮ ਕਰ ਦਿਓ। ਬਦਨਾਮ ਕਰਨ ਦੇ ਇਹਨਾਂ ਕੋਲੇ ਪਲੇਟਫਾਰਮ ਵੀ ਹੈਗੇ, ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਟੀਮਾਂ ਬੈਠੀਆਂ। ਆਪਣੇ ਕੋਲੇ ਤਾਂ ਨਾ ਕੋਈ ਪਲੇਟਫਾਰਮ ਆ, ਨਾ ਆਪਣੇ ਕੋਲੇ ਕੋਈ ਟੀਮ ਬੈਠੀ ਆ। ਆਪਾਂ ਤਾਂ ਇੱਕ ਸ਼ੰਭੂ ਮੋਰਚਾ, ਇੱਕ ਪੇਜ ਵਾਸਤੇ ਹੀ ਮਸਾਂ ਇਕੱਠੀ ਕੀਤੀ ਆ ਟੀਮ, ਵੀ ਚਲੋ ਇਹਦੇ ਤੇ ਹਾਂ ਇਹ ਤਾਂ ਚਲਾ ਦਿਓ, ਹੈ ਨਾ। ਸੋ ਬਦਨਾਮ ਹੁਣ ਜਦੋਂ ਕਰੀਦਾ ਕਿਸੇ ਨੂੰ, ਉਹ ਗੱਲ ਹੀ ਕਹਿਣੀ ਹੁੰਦੀ ਆ, ਹੈ ਨਾ, ਗੱਲ ਹੀ ਕਹਿਣੀ ਹੁੰਦੀ ਆ। ਮੈਂ ਜਿਵੇਂ ਤੁਹਾਨੂੰ ਕਹਿਦਾ ਵੀ ਬਾਈ ਤੂੰ RSS ਨੇ ਭੇਜਿਆ, ਤੂੰ ਅੱਜ ਹੀ ਦਿੱਲੀ ਸੀ, ਹੁਣ ਤੁਸੀਂ ਦੱਸੋ ਕੀ ਕਰੋਗੇ ਇਹਦਾ? ਆ ਸਾਰੇ ਬੰਦੇ ਮੰਨ ਜਾਣਗੇ, ਕਿਉਂਕਿ ਹਿਊਮਨ ਜਿਹੜਾ ਮਾਈਂਡ ਆ ਉਹਨੇ ਨੈਗੇਟਿਵਿਟੀ ਪਹਿਲਾਂ ਫੜਨੀ ਆ, ਔਰ ਗੱਲ ਹੀ ਕਹਿਣੀ ਆ ਮੈਂ ਵੀ ਆਹ ਬਾਈ RSS ਦਾ ਬੰਦਾ, ਇਹਨੇ ਜਾ ਕੇ ਸਾਰੀਆਂ ਗੱਲਾਂ ਉੱਥੇ ਦੱਸਣੀਆਂ। ਅੱਛਾ, ਇਹ ਗੱਲ ਕੋਈ ਨਹੀਂ ਸਮਝਦਾ ਵੀ ਇਹ ਗੱਲਾਂ ਤਾਂ ਯਾਰ ਸ਼ਰੇਆਮ ਤਾਂ ਕਰੀ ਜਾਂਦੇ ਆ, ਇਹ ਤਾਂ ਵੀਡੀਓ 'ਚ ਵੀ ਦੇਖ ਲੈਣੀਆਂ, ਤੇ ਇਹਨੇ ਕੀ ਜਾ ਕੇ ਦੱਸਣੀਆਂ? ਫਿਰ ਇਸ ਗੱਲ ਤੇ ਨਹੀਂ ਜਾਣਗੇ। ਪਰ ਹਾਂ ਯਾਰ, ਹੈ ਤਾਂ RSS ਦਾ ਹੀ ਇਹ। ਸੋ ਜਦੋਂ ਗੱਲ ਹੀ ਕਹਿਣੀ ਹੋਵੇ ਤੇ ਉਦੋਂ ਬਾਅਦ ਤੁਹਾਡੇ ਕੋਲ ਪਲੇਟਫਾਰਮ ਹੋਣ, ਤੁਸੀਂ ਇੰਟਰਵਿਊ ਜਰੀਏ, ਸੋਸ਼ਲ ਮੀਡੀਆ ਜਰੀਏ, ਪ੍ਰੈਸ ਜਰੀਏ ਇਹੀ ਗੱਲ ਕਹਿਣੀ ਆ ਵੀ ਉਹ ਤਾਂ ਯਾਰ RSS ਦਾ ਬੰਦਾ। ਔਰ ਗੱਲ ਸੋਚੋ ਤੁਸੀਂ ਵੀ ਜਦੋਂ ਚਾਹੇ RSS ਦਾ ਹੋਵੇ, ਮੰਨ ਲਓ ਹੋਵੇ, ਅੱਜ ਗੱਲ ਕੀ ਕਰ ਰਿਹਾ ਹੋ ਬੰਦਾ? ਗੱਲ ਤਾਂ ਹਜੇ ਤੱਕ ਤਾਂ ਤੁਹਾਡੇ ਹੱਕ 'ਚ ਕਰ ਰਿਹਾ ਨਾ। ਤੋੜ ਮੈਂ ਤੁਹਾਨੂੰ ਦੱਸਦਾ ਹੁਣ, ਤੋੜ ਜੇ ਅੱਜ ਮੋਦੀ ਤੇ ਅਮਿਤ ਸ਼ਾਹ ਵੀ ਆ ਜੇ ਪੰਜਾਬ 'ਚ ਤਾਂ ਨਹੀਂ ਕੁਝ ਕਰ ਸਕਦੇ ਇਹ BJP। ਜੇ ਮੋਦੀ ਤੇ ਅਮਿਤ ਸ਼ਾਹ ਵੀ ਆ ਜਾਣ, ਲੋਕ ਜੁੱਤੀਆਂ ਮਾਰਨਗੇ ਉਹਨਾਂ ਦੇ। ਤੇ ਦੀਪ ਸਿੱਧੂ RSS ਦਾ ਬੰਦਾ ਬਣ ਕੇ ਕੀ ਕਰ ਲੂਗਾ? ਬਹੁਮਤ ਲੈ ਆਊਗਾ ਉਹਨਾਂ ਲਈ, ਹਨਾ। ਸੋ ਕਿਹੋ ਜੀ ਗੱਲ ਆ ਇਹ? ਆਪਾਂ ਕਿਹੜੇ ਪਾਸੇ ਤੁਰੇ ਫਿਰਦੇ ਆ? ਔਰ ਅਗਲੀ ਗੱਲ, ਸਮਾਂ ਬੜਾ ਬਲਵਾਨ ਆ, ਸਮੇਂ ਨੇ ਸਾਰੇ ਜਵਾਬ ਦੇ ਦੇਣੇ ਆ। ਇਹਦੇ ਤੇ ਆਪਾਂ ਸਫਾਈ ਦੇਣ ਦਾ ਕੋਈ ਮਤਲਬ ਹੀ ਨਹੀਂ, ਹਨਾ। ਜਦੋਂ ਔਰ ਸੱਚ 'ਚ ਐਡੀ ਵੱਡੀ ਤਾਕਤ ਹੁੰਦੀ ਹੈ, ਐਡੀ ਵੱਡੀ ਪਾਵਰ ਹੁੰਦੀ ਆ, ਉਹਨੇ ਨਿੱਤਰ ਕੇ ਸਾਹਮਣੇ ਆਉਣਾ ਹੀ ਆਉਣਾ। ਜਿਹੜਾ ਮਰਜ਼ੀ ਟਰੋਲ ਆਰਮੀ ਜ਼ੋਰ ਲਾ ਲੇ, ਜਿੰਨਾ ਮਰਜ਼ੀ ਬਦਨਾਮ ਕਰ ਲੈਣ, ਇਹਦੀ ਕੋਈ ਪਰਵਾਹ ਹੀ ਨਹੀਂ ਆਪਾਂ ਨੂੰ। ਸੱਚ ਨੇ ਤਾਂ ਨਿੱਤਰ ਕੇ ਆਉਣਾ ਹੀ ਆਉਣਾ। ਹਾਂਜੀ, ਸੋ ਇਹਨਾਂ ਗੱਲਾਂ ਦੀ ਮੈਨੂੰ ਤਾਂ ਕੋਈ ਜ਼ਿਆਦਾ ਅਹਿਮੀਅਤ ਹੀ ਨਹੀਂ ਲੱਗਦੀ ਹੁੰਦੀ ਜੀ। ਮੈਂ ਉਸ ਪਾਸਿਓਂ, ਮੇਰੇ ਵਾਲੇ ਪਾਸੇ ਜਿਹੜਾ ਨੈਰੇਟਿਵ ਆ ਆਉਣ ਹੀ ਨਹੀਂ ਦਿੰਦਾ ਹੁੰਦਾ। ਮੈਂ ਸੁਣਦਾ ਹੀ ਨਹੀਂ ਕੌਣ ਕੀ ਬੋਲਦਾ, ਮੈਂ ਪੜ੍ਹਦਾ ਹੀ ਨਹੀਂ ਕਿਹਨੇ ਕੀ ਲਿਖਿਆ। ਪਰ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦਾ ਹੁੰਦਾ ਵੀ ਪਰਸਨਲੀ ਮੈਂ ਕਿਸੇ ਨੂੰ ਜੱਜ ਨਾ ਕਰਾਂ, ਉਹ ਮੈਨੂੰ ਕੀ ਕਹਿ ਰਹੇ ਆ। ਜੇ ਉਹ ਕਹਿ ਰਹੇ ਆ ਤੇ ਉਹਨੂੰ ਵੀ ਜੱਜ ਨਾ ਕਰਾਂ, ਕਿਉਂ ਕਹਿ ਰਹੇ ਆ ਇਹਨੂੰ ਵੀ ਮੈਂ ਜੱਜ ਨਹੀਂ ਕਰਦਾ। ਕਿਉਂਕਿ ਨਹੀਂ, ਤੁਹਾਡੇ ਮਨ 'ਚ ਡਰ ਆਏ ਆ, ਮੈਂ ਤਾਂ ਹੀ ਕਹਿਣਾ ਜੀ, ਡਰ ਤੁਹਾਡੇ ਮਨ 'ਚ ਇਸ ਕਰਕੇ ਨਹੀਂ ਪੈਣਾ ਚਾਹੀਦਾ ਕਿਉਂਕਿ ਦੀਪ ਸਿੱਧੂ ਨਾ ਤਾਂ ਇਹ ਕਹਿ ਰਿਹਾ ਵੀ ਮੈਂ, ਹਾਂਜੀ ਨਹੀਂ, ਪਰ ਸਟੇਟ ਨੇ ਤਾਂ ਇਹੀ ਕੰਮ ਕਰਨੇ ਆ ਨਾ ਜੀ। ਸਟੇਟ ਨੇ ਜਦੋਂ ਆਪਾਂ ਲੜਨਾ, ਉਹ ਤਾਂ ਕੋਈ ਵੀ ਬੰਦਾ ਇੱਥੋਂ ਹੋਰ 10 ਬੰਦੇ ਖੜੇ ਹੋਣਗੇ, ਉਹਨਾਂ ਨੂੰ ਵੀ ਬਦਨਾਮ ਕਰਨਗੇ, ਹਨਾ। ਸੋ ਹਾਂਜੀ ਨਿਕਲੇ 10 ਦਿਨ ਲਈ ਕੋਈ ਕਾਂਗਰਸੀ ਨਿਕਲੇ, ਹਾਂਜੀ, ਤੁਹਾਨੂੰ 1.5 ਮਹੀਨਾ ਹੋ ਗਿਆ ਸੜਕ ਤੇ ਬੈਠਿਆਂ ਨੂੰ। ਕਿਹੜੀ ਲਾਈਨ ਤੋਂ ਉੱਠ ਕੇ ਤੁਸੀਂ ਉਰੇ ਆ ਕੇ ਬੈਠੇ ਹੋ? 10 ਦਿਨਾਂ ਲਈ ਸੁਖਬੀਰ ਬਾਦਲ ਖੁੱਲ ਕੇ ਗਰਾਊਂਡ ਲੈਵਲ ਤੇ ਆ ਕੇ ਬਹਿ ਜਾਵੇ, MLA MP ਨਹੀਂ CM ਬਣਾਵਾਂਗੇ, ਠੀਕ ਆ। ਜੇ ਤੁਹਾਡੀ ਗੱਲ ਆ ਤਾਂ ਤੁਹਾਨੂੰ ਸਿੱਧਾ ਕਹਿੰਦੇ ਆ, ਨਹੀਂ ਤੁਹਾਡੀ ਹੈਗੀ ਉਹ ਥਿੰਕਿੰਗ ਮੈਂਟੈਲਿਟੀ ਨਹੀਂ ਹੈਗੀ,
ਪਰ ਅਸੀਂ ਫਿਰ ਵੀ ਬਣਾਵਾਂਗੇ। ਠੀਕ ਹੈ, ਨਹੀਂ, ਜੇ ਸਾਡਾ ਬੰਦਾ ਯਾਰ ਕੰਮ ਕਰ ਰਿਹਾ ਸੜਕ ਤੇ ਬੈਠਾ 1.5 ਮਹੀਨੇ ਦਾ, ਅਸੀਂ ਕਿਉਂ ਨਹੀਂ ਬਣਾ ਸਕਦੇ? ਇਹ ਸਵਾਲ ਪੁੱਛਣ ਦਾ ਹੱਕਦਾਰ ਵੀ ਅਸੀਂ ਉਹੀ ਲੀਡਰ ਨੂੰ, ਉਹੀ ਗਵਰਨਮੈਂਟ ਨੂੰ ਸਮਝਾਂਗੇ। 1.5 ਮਹੀਨਾ ਬੈਠੇ ਹੋ, 15 ਦਿਨ ਬੈਠਣ ਆ ਕੇ, 15 ਦਿਨ ਉਰੇ ਬਹਿ ਕੇ ਫਿਰ ਸਵਾਲ ਰਾਈਜ਼ ਕਰਨ। ਘਰੇ ਬੈਠ ਕੇ ਫੇਸਬੁੱਕ ਤੇ ਟਰੋਲ ਆਰਮੀ ਅਸੀਂ ਜਵਾਬ ਨਹੀਂ ਦੇਣਾ ਚਾਹੁੰਦੇ। ਹਾਂ ਨਹੀਂ ਚਲੋ ਗੱਲ ਮੈਂ ਤੁਹਾਡੀ ਬਾਈ ਕਦਰ ਕਰਦਾ ਤੁਹਾਡੇ ਜਜ਼ਬਾਤਾਂ ਦੀ ਬ੍ਰਦਰ, ਪਰ ਗੱਲ ਇਹ ਆ ਵੀ ਜਿਹੜਾ ਕੋਈ ਆਪਾਂ ਇਦੋਂ ਬਾਅਦ ਸਿਆਸਤ ਘੜ ਕੇ ਬੰਦਾ, ਚਾਹੇ ਆਪਾਂ ਮੰਤਰੀ ਬਣਾਈਏ ਚਾਹੇ ਸੀਐਮ ਬਣਾਈਏ, ਉਹ ਕੋਈ ਚੰਗਾ ਹੀ ਬਣਾਵਾਂਗੇ। ਮੈਂ ਤੁਹਾਡੇ ਨਾਲ ਖੜਾ, ਮੈਂ ਆਪ ਨਹੀਂ ਬੈਠੂੰਗਾ ਜਾ ਕੇ, ਕਿਉਂਕਿ ਪਰ ਆਪਾਂ ਕੋਈ ਚੰਗਾ ਹੀ ਬਣਾਵਾਂਗੇ ਜਿਹੜਾ ਸਾਡੇ ਨਾਲ ਆ ਕੇ ਧਰਨਿਆਂ ਮੋਰਚਿਆਂ 'ਚ ਬੈਠਿਆ ਕਰੂਗਾ। ਹਾਂ ਇੱਥੇ ਆ ਕੇ ਬੈਠਿਆ ਕਰੂਗਾ, ਜਿਹੜਾ ਇਹ ਨਹੀਂ ਕਹੂਗਾ ਮੈਂ ਅਸਤੀਫਾ ਜੇਬ 'ਚ ਪਾਈ ਬੈਠਦਾ। ਅਗਲਾ ਕਹੂਗਾ ਮੈਂ ਲੱਤ ਮਾਰਦਾ ਇਹੋ ਜਿਹੀ ਕੁਰਸੀ ਦੇ, ਮੈਂ ਬੈਠਾ ਮੋਰਚੇ 'ਚ ਤੇ ਤੁਸੀਂ ਵੜ ਕੇ ਦਿਖਾਓ ਮੇਰੇ ਪੰਜਾਬ 'ਚ। ਸਾਨੂੰ ਉਹ ਲੀਡਰ ਚਾਹੀਦਾ।